ਅੱਜ ਤਾਂ ਤੁਹਾਡਾ ਨੈਟ ਵਧੀਆ ਚੱਲ ਰਿਹਾ ਉੱਥੇ। ਕਿਰਪਾ ਬਣੀ ਰਵੇ। ਨਹੀਂ ਤੇ ਮੈਦਾਨ ਤੇ ਤੁਸੀਂ ਸਾਹ ਵੀ ਲੈਂਦੇ ਜੋ, ਰਿਕਾਰਡਿੰਗ 'ਚ ਕਵਰ ਕਰ ਹੀ ਜਾਂਦੇ ਜੋ। ਚਲੋ ਜਿੰਨੇ ਕੁ ਬੋਲ ਮੇਰੇ ਕਰਮਾਂ 'ਚ ਲਿਖੇ ਮੈਂ ਉਨੇ ਹੀ ਬੋਲ ਸਕਦਾ, ਉਸ ਤੋਂ ਵੱਧ ਨਹੀਂ ਬੋਲ ਸਕਦਾ। ਅਸੀਂ ਵੀ ਜਿੰਨੀ ਕੁ ਮਾਲਕ ਨੇ ਸਾਨੂੰ ਕੀਤੀ ਹੈ, ਸੋਝੀ ਦਿੱਤੀ ਹੈ, ਉਨੀ ਕੀ ਕਰਾਂਗੇ। ਬਾਕੀ ਨਿੱਜਰ ਸਾਹਿਬ ਕਹਾਵਤ ਹੈਗੀ ਨਾ, ਕਹਿੰਦੇ ਸੱਜਾ ਧੋਵੇ ਖੱਬੇ ਨੂੰ ਤੇ ਖੱਬਾ ਧੋਵੇ ਸੱਜੇ ਨੂੰ। ਕੱਲਾ ਬੰਦਾ ਤੇ ਕੱਲਾ ਹੀ ਹੁੰਦਾ। ਬਿਲਕੁਲ ਸਹੀ ਗੱਲ। ਔਰ ਨਾਲੇ ਜੇ ਕਿਤੇ ਮੈਨੂੰ ਕੱਲੇ ਨੂੰ ਕਥਾ ਕਰਨੀ ਪੈਂਦੀ ਤੇ ਮੈਂ ਬੜੇ ਜਿੱਦਾਂ ਭੱਜ ਭੁੱਜ ਜਾਣਾ ਸੀ। ਮੈਂ ਕਹਿ ਦੇਣਾ ਸੀ ਇਹ ਪੂਰਨਮਾਸ਼ੀ ਨੂੰ ਵੀ ਹੁੰਦੀ ਆ, ਬਹਾਨਾ ਬੁਨਾ ਮਾਰ ਦੇਣਾ ਸੀ, ਸੰਗਤਾਂ ਨੂੰ ਕੀ ਪਤਾ ਲੱਗਣਾ ਸੀ। ਪੰਜ ਇੱਕ ਦਿਨ ਕੀਤੀ ਤੇ ਮੇਰੇ ਕੋਲ ਕਿਹੜਾ ਕੋਈ ਗਿਆਨ ਹੈਗਾ ਵਾ, ਮੈਂ ਗੱਲਾਂ ਗੁੱਲਾਂ ਕਰਦੀਆਂ, ਮੇਰੀਆਂ ਗੱਲਾਂ ਮੁੱਕ ਗਈਆਂ। ਤੇ ਫਿਰ ਮੈਂ ਸੋਚਿਆ ਚਰਨਜੀਤ ਸਿੰਘ ਇਹ ਤੇ ਬਾਬਾ ਇਹ ਤੇ ਰੋਜ਼ ਦਾ ਮਾਲ ਕਿੱਥੋਂ ਲਿਆਵੇਂਗਾ, ਇਹ ਤੇ ਤੇਰੇ ਕੋਲ ਹੈ ਕੁਝ ਨਹੀਂ ਪੱਲੇ, ਤੇ ਗਿਆਨ ਕਿੱਥੋਂ ਆਉਣਾ। ਤੇ ਫਿਰ ਉਹ ਪ੍ਰਮਾਤਮਾ ਨੇ ਤੁਸੀਂ ਬਾਂਹ ਫੜ ਲਈ, ਚਰਨਜੀਤ ਕੋਈ ਨਹੀਂ, ਮੈਂ ਮਾਲਕ ਨੇ ਦੇਤਾ ਭੰਡਾਰਾ, ਮੌਕਾ ਸਾਂਭੀ ਜਾਂਦੇ ਹਾਂ। ਮਾਲਕ ਨੇ ਭੰਡਾਰਾ ਦੇਤਾ ਆਪਾਂ ਨੂੰ। ਹਾਂ ਤੇ ਮੁੜ ਕੇ ਜਦੋਂ ਇੱਥੇ ਕਰਦਾ ਸੀ ਨਾ ਤੇ ਕਹਿੰਦਾ ਮੈਂ 8 ਦਿਨ ਹੀ ਕਰਿਆ ਕਰਨੀ, ਮੈਂ ਤਾਂ 15 ਦਿਨ ਮੇਰੇ ਕੋਲ ਇੱਥੇ ਕਰੇ। ਮੈਂ ਕਿਹਾ ਇਸ ਤਰ੍ਹਾਂ ਤਾਂ ਨਹੀਂ ਗੱਲ ਬਣਨੀ ਬੇਟੇ, ਜਿਹੜੀ ਤੂੰ 29 ਦਿਨੇ ਕਰੋ ਜਾਂ 15 ਦਿਨੇ ਕਰੋ, ਉਹ ਕਥਾ ਕਰੀ ਜਿਹੜੀ 15 ਦਿਨ ਦੀ ਜਿਹੜੀ ਗੱਲ ਕਰਨੀ ਉਹਨੇ ਲੋਕਾਂ ਨੂੰ ਭੁੱਲਿਆ ਕਰਨੀ ਆ, ਤੇ ਤੈਨੂੰ ਰੋਜ਼ ਕਰਨੀ ਪਿਆ ਕਰਨੀ ਆ। ਕਹਿੰਦਾ ਨਹੀਂ ਮੈਂ ਤਾਂ ਮੇਰੇ ਹੀ ਦੱਸਦਾ ਰੋਜ਼ ਗੱਲ ਕਰਨੀ, ਮੈਂ ਤਾਂ 8 ਦਿਨ ਕਰੂੰਗਾ। ਮੁੜ ਕੇ ਫਿਰ ਆਪੇ ਕਰਦਾ ਕਰਦਾ ਮਾਲਕ ਜਿਹੜਾ ਉਹ ਬੜਾ ਬਿਆਨ ਤੇ ਸੇਵਾ ਜਿਹੜੀ ਲੈਣੀ ਉਹਨੇ ਲੈ ਹੀ ਜਾਣੀ। ਬਸ ਇਹੀ ਹੈਗੀ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜੀ ਆਪਾਂ ਨੇ ਕੱਲ ਜਿਹੜਾ ਹੈਗਾ ਕਰਮ ਖੰਡ ਦੇ ਵਿੱਚ ਦੇਖਿਆ ਸੀ, ਬਖਸ਼ਿਸ਼ ਦਾ ਖੰਡ ਹੈ। ਸਾਰੀ ਦੀ ਸਾਰੀ ਯਾਤਰਾ, ਜੀਵਨ ਯਾਤਰਾ ਜਿਹੜੀ ਹੈਗੀ ਕਰਮ ਖੰਡ ਦੇ ਵਿੱਚ ਜਿਹੜੀ ਹੈਗੀ ਆ, ਬੂੰਦ ਸਾਗਰ ਦੇ ਵਿੱਚ ਜਿਹੜੀ ਹੈਗੀ ਆ, ਆਪਣੀ ਸੁਰਤ ਆਤਮਾ ਦੇ ਵਿੱਚ ਜਿਹੜੀ ਹੈਗੀ ਜਾਣੀ ਆ। ਇਹੀ ਜਿਹੜੀ ਹੈਗੀ ਹੈ ਸਾਰੀ ਦੀ ਸਾਰੀ ਜਿਹੜਾ ਧਰਮ ਦੀ ਯਾਤਰਾ ਜਿਹੜੀ ਹੈ, ਇਹੀ ਮਨੁੱਖ ਸਰੀਰ ਆਪਾਂ ਨੇ ਪਾਇਆ ਹੈ, ਇਸੇ ਵਾਸਤੇ ਮਿਲਿਆ ਸਰੀਰ, ਇਹੀ ਬਾਰੀ ਹੈ ਆਪਣੀ। ਤੇ ਹੁਣ ਆਪਾਂ ਆਖਰੀ ਜਿਹੜੇ ਹੈਗੇ ਉਸ ਦੇ ਉੱਤੇ ਹੈਗੇ ਆ, ਜਿਹੜਾ ਹੈਗਾ 38ਵਾਂ ਨੰਬਰ। ਤੇ ਇਹਦੇ ਵਿੱਚ ਮਹਾਰਾਜ ਨਿਚੋੜ ਕਰ ਰਹੇ ਹੁਣ, ਕਹਿੰਦੇ ਕਿ ਭਾਈ ਦੇਖ ਅੰਮ੍ਰਿਤ ਜਿਹੜਾ ਹੈਗਾ ਸ਼ਬਦ ਦੇ ਸਿੱਕੇ ਜਿਹੜੇ ਹੈਗੇ ਕਿਵੇਂ ਘੜਨੇ ਆ, ਕਿਵੇਂ ਜਿਹੜੇ ਸਵਾਸਾਂ ਦਾ ਧਨ ਜਿਹੜਾ ਹੈਗਾ ਇਹਨਾਂ ਦੇ ਨਾਲ ਉਹ ਨਾਮ ਰੂਪੀ ਧਨ ਜਿਹੜਾ ਹੈਗਾ ਇਕੱਠਾ ਕਰਨਾ ਹੈ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਕਰ ਬੈਠੋ ਵਿਸਰਾਮ। ਆ ਜਿਹੜਾ ਨਾਮ ਦਾ ਧਨ ਕਿਵੇਂ ਪ੍ਰਾਪਤ ਕਰਨਾ ਹੈ, ਜਦ ਕਹਿੰਦੇ ਮਨ ਦੌੜਨੋਂ ਰੁਕ ਜਾਏਗਾ, ਵਿਸ਼ਰਾਮ ਕਰ ਲਏਗਾ ਤੇ ਇਹ ਧਨ ਬਣ ਜਾਏਗਾ। ਔਰ ਉਹਦੇ ਵਾਸਤੇ ਜਪ ਬਾਣੀ ਆਪਾਂ ਨੇ ਪੂਰੀ ਦੀ ਪੂਰੀ ਜਪ ਬਾਣੀ ਲਈ ਆ, ਇਹੀ ਯਾਤਰਾ ਦੱਸੀ ਹੈ ਮਹਾਰਾਜ ਨੇ। ਹੁਣ ਆਖਰੀ ਜਿਹੜਾ ਹੈਗਾ ਨਿਚੋੜ ਕਰ ਰਹੇ ਇਹਦੇ ਵਿੱਚ ਮਹਾਰਾਜ ਜਿਹੜੇ ਹੈਗੇ ਧਿਆਨ ਸਿਮਰਨ ਕਿਵੇਂ ਕਰਨਾ ਹੈ, ਉਹਦੇ ਬਾਰੇ ਜਿਹੜਾ ਹੈਗਾ ਆਪਾਂ ਨੂੰ ਸਾਰ ਦੇ ਵਿੱਚ ਜਿਹੜਾ ਹੈਗਾ ਗਿਆਨ ਦੇ ਰਹੇ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਕਹਿੰਦੇ ਭਾਈ ਦੇਖ ਕਿ ਜਿਹੜਾ ਮਨੁੱਖਾ ਸਰੀਰ ਤੈਨੂੰ ਮਿਲਿਆ ਹੋਇਆ ਆ, ਇਹ ਇਹਦੇ ਤੇ ਜਤ ਰੱਖਣਾ ਹੈ। ਆਪਣੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਜਿਹੜੀਆਂ ਹੈਗੀਆਂ, ਇਹਨਾਂ ਨੂੰ ਜਿਹੜਾ ਹੈਗਾ ਜਿੰਨੀ ਕੁ ਤੇਰੀ ਜ਼ਰੂਰਤ ਹੈਗੀ ਓਨਾ ਕੀ ਜਿਹੜਾ ਹੈਗਾ ਇਹਨਾਂ ਨੂੰ ਦੁਨੀਆ ਦੇ ਵਿੱਚ ਜਿਹੜਾ ਹੈਗਾ ਦੁਨੀਆ ਦੇ ਪਦਾਰਥਾਂ ਦਾ ਜਿਹੜਾ ਹੈਗਾ ਸੇਵਨ ਕਰਨਾ ਹੈ। ਜਤ ਪਹਾਰਾ, ਇਹ ਜਿਹੜਾ ਦੁਕਾਨ ਹੈਗੀ ਪਹਾਰਾ ਜਿਹੜੀ ਦੁਕਾਨ, ਇਹ ਜਤ ਦੀ ਹੋਣੀ ਚਾਹੀਦੀ ਆ। ਇਹ ਜਿੰਨੀ ਕੁ ਨੀਡ ਆ ਓਨੀ ਕੁ ਯੂਜ਼ ਕਰ, ਗਰੀਡ ਨਾ ਰੱਖੀ, ਲਾਲਚ ਨਾ ਕਰੀ। ਇਸੇ ਨੂੰ ਜਿਹੜਾ ਹੈਗਾ ਦੁਨੀਆ ਦੇ ਪਦਾਰਥਾਂ ਨੂੰ, ਭੋਗ ਵਿਲਾਸ ਨੂੰ, ਇਸੇ ਨੂੰ ਆਪਣਾ ਟਾਰਗੇਟ ਨਾ ਬਣਾ ਲਈ। ਜਤ ਪਹਾਰਾ ਧੀਰਜ ਸੁਨਿਆਰ, ਔਰ ਧੀਰਜ ਰੱਖਣਾ ਹੈ, ਸੁਨਿਆਰ ਵਰਗਾ ਧੀਰਜ ਰੱਖਣਾ ਹੈ। ਮਨ ਦੇ ਵਿੱਚ ਧੀਰਜ ਸੁਨਿਆਰ ਵਰਗਾ ਹੋਣਾ ਚਾਹੀਦਾ ਹੈ। ਜਿਵੇਂ ਸੁਨਿਆਰਾ ਜਿਹੜਾ ਹੈਗਾ ਲੱਗਿਆ ਰਹਿੰਦਾ, ਹੌਲੀ ਹੌਲੀ ਟਕ 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 ਕਰਕੇ ਜਿਹੜਾ ਹੈਗਾ ਇੱਕ ਹਫ਼ਤੇ 'ਚ ਜਿਹੜਾ ਹੈਗਾ ਵਧੀਆ ਗਹਿਣਾ ਬਣਾਉਂਦਾ ਹੈ ਔਰ ਵਧੀਆ ਪੈਸੇ ਲੈ ਜਾਂਦਾ ਹੈ। ਔਰ ਲੁਹਾਰ ਜਿਹੜਾ ਹੈਗਾ ਲੱਗਿਆ ਰਹਿੰਦਾ ਹੈ, ਉਹ ਜਿਹੜਾ ਹੈਗਾ ਹਥੌੜਾ ਚੁੱਕ ਕੇ ਠਾਂ ਠਾਂ ਕਰ। ਕਹਿੰਦੇ ਸੁਨਿਆਰ ਵਰਗਾ ਧੀਰਜ ਰੱਖਣਾ ਹੈ, ਜਿਵੇਂ ਸੁਨਿਆਰੇ ਦੇ ਵਿੱਚ ਧੀਰਜ ਹੁੰਦਾ ਹੈ। ਜਤ ਪਹਾਰਾ, ਇਸ ਰਸਤੇ ਦੇ ਉੱਤੇ
काली नहीं करनी, काला नहीं वगना। जत पहारा धीरज सुनियार, और लगातार जिहड़ी है यात्रा हर दिन करना है काम, हर दिन यात्रा करनी, हर दिन जिहड़ा हैगा ये नाम अभ्यास, ये ध्यान सिमरन करना है। और मालक दे उत्ते जिहड़ा हैगा मालक दे परने रहना है, परमात्मा दे परने मालक ने मेहर करनी है। आपां ने बस दर दे उत्ते बैठ के जिवें जिहड़ा हैगा कुत्ता हुंदा है मालक दे दर ते बैठा है, ते उसे तरीके दे नाल आपां ने जिहड़ा हैगा मालक दे दर ते बहना है भाई अंदर। जत पहारा धीरज सुनियार, अहरण मत वेद हथियार। वेद दे दर्दे नूं औंकड़ लगी हुई आ। महाराज कहंदे वेद मैं किहनूं कह रहा हां, ध्यान ना इहनूं इस अखर नूं देख। अहरण मत कहंदे अपनी मत जिहड़ी हैगी, तेरे मन दी मत जिहड़ी हैगी इहनूं थल्ले रख दी, अहरण बना ली इहनूं। और इहदे उत्ते वेद, वेद कहंदे ज्ञान, ब्रह्म ज्ञान, गुरु का ज्ञान ये उत्ते पैण दई, गुरु के ज्ञान का हथौड़ा ये उत्ते बजन दई, तेरी मत जिहड़ी है घड़ी जाऊगी। अहरण मत वेद हथियार। फिर पाओ खला अगन तप ताओ। पाओ कहंदे आ वो मालक परमात्मा का डर, परमात्मा का डर यदी खल होनी चाहिए। पहला जिहड़े हैगे ये लोहार सुनियार जिहड़े हैगे वो कली करन वाले हुंदे सी, जिहड़े उन्हां ने कोले मंगाउणे हुंदे सी ते उहदे उत्ते जिहड़ी हैगी एक थैली जी हुंदी सी चमड़े दी खल दी, ते उहदे पिछे दो लक्कड़ दीयां चिप्पियां लगियां हुंदियां सीगीयां। उहदे नाल जिहड़ा हैगा अगे पाइप लगी हुंदी सीगी जिहड़ी उहदे नाल हवा मारदे सीगे, धौंकणी उहदे नाल अग मगदी सीगी। कहंदे जे ब्रह्म अगन जलाउणी आ परमात्मा दा भै रखना पैना है तैनूं। पाओ खला अगन तप ताओ, ये अग्नि आ पाई तप का ता देना पैना है। ये जिहड़ा हैगा ध्यान सिमरन, ये तपस्या, ये जिहड़ा हैगा ये घालना, ये घालनी पैनी है। पाओ खला अगन तप ताओ, भांडा भाओ। कहंदे भांडा काहदा, कहंदे भावना का भांडा, प्यार का भांडा, भरोसे का भांडा तेरे अंदर होना चाहिए। भांडा पाओ अमृत तित ढाल, उस भांडे दे विच फिर अमृत पाएगा। अमृत उस भांडे दे विच अपने आप अंदरों जिहड़ा हैगा अमृत जिहड़ा हैगा ढलना शुरू हो जाएगा, झरना शुरू हो जाएगा, झरना अमृत का वगना शुरू हो जाएगा। भांडा पाओ अमृत तित ढाल, कड़िए शब्द सच्ची टकसाल। आया कहंदे सिक्के काढ़ने, आया नाम धन, माई मैं धन पायो हर नाम। घड़िए ये सिक्के इस तरह जिहड़े हैगे ये सिक्के घड़े जाने हैं भाई। ब्रह्म अगन जलूगी तां जिहड़े हैगे सिक्के बनने आ, जिहड़ा धन अगे चलना है सच्चा धन। घड़िए शब्द, शब्द दर्दे नूं औंकड़ लगी हुई है, परमेश्वर के नाम के सिक्के। सच्ची टकसाल, आया सच्ची टकसाल फैक्ट्री। जिनको नदर करम तिनकार, जिन्हां दे उत्ते किरपा है मालक परमात्मा दी, उन्हां नूं आ करम करन नूं मिलदा है भाई। वो एक घालना घालदे आ। जिनको नदर करम तिनकार, नानक नदरी नदर निहाल। इस तरीके दे नाल वो मालक परमात्मा अपनी नदर दे नाल, अपनी किरपा दे नाल जिहड़ा हैगा निहालो निहाल कर दिंदा है। जत पहारा धीरज सुनियार, अहरण मत वेद हथियार। ये देख लो जत और धीरज और जिहड़ा हैगा ज्ञान गुरु का, ये आपां नूं महाराज जिहड़े हैगे कह रहे भाई ये इस तरीके दे नाल यात्रा होनी है, इस तरीके दे नाल सिक्के घड़े जाने हैं, ये नाम का धन इकट्ठा होना है। जत पहारा, पहारा कहंदे दुकान, सुनियारे की दुकान कादी होनी चाहिए, जत की होनी चाहिए। अभ्यासी को जत होना चाहिए, कंट्रोल ऑफ सेंसेस होने चाहिए, अपनी इंद्रियां ते कंट्रोल। जत पहारा धीरज सुनियार, और सुनियारे वर्गा धीरज होना चाहिए है, और अपनी मत थले होनी चाहिए, और ब्रह्म मत गुरु की मत जिहड़ी हैगी वो उपर होनी चाहिए। हाँ जी गोबिंद।
ਠੀਕ ਹੈ ਨਿਜਰ ਸਾਹਿਬ। ਹਾਂਜੀ ਠੀਕ ਹੈ ਜੀ ਸਾਧ ਸੰਗਤ ਜੀ, ਅੱਜ ਦੀ ਆਪਾਂ ਵਿਚਾਰ ਸ਼ੁਰੂ ਕਰਨੀ ਆ ਤੇ ਹੁਣ ਗੁਰੂ ਜੀ ਆਪਾਂ ਨੂੰ ਉਹ ਜਿੱਦਾਂ ਹੁੰਦਾ ਨਾ ਕੋਈ ਚੀਜ਼ ਉਹਨੂੰ ਫਾਈਨਲ ਟੱਚ ਅਪ ਕਰਨੀ, ਹਾਂ ਕੋਈ ਵੀ ਚੀਜ਼ ਹੁੰਦੀ ਇਹਨੂੰ ਫਿਨਿਸ਼ਿੰਗ ਕਰਦੇ ਨਾ ਆਪਾਂ, ਬਸ ਬਸ ਇਸੇ ਤਰ੍ਹਾਂ ਬਾਣੀ ਦੇ ਵਿੱਚ ਉਹ ਫਿਨਿਸ਼ਿੰਗ ਕਰ ਰਹੇ ਨੇ, ਉਹਦੀ ਆਖਰੀ ਟੱਚ ਕਰ ਰਹੇ ਨੇ ਉਹਦੇ ਵਿੱਚ। ਇਹ ਸਾਡੇ ਲਈ ਹੈ ਵੈਸੇ ਇਹ ਆਖਰੀ ਟੱਚ, ਮਤਲਬ ਕਿ ਵਾਈਂਡ ਅਪ ਕਰਦੇ ਆ। ਜਿੱਦਾਂ ਵਾਰਨਿਸ਼ ਨਹੀਂ ਮੋਟਰ ਪਹਿਲਾਂ ਬਣੀ ਦੀ ਆ ਤੇ ਉੱਤੇ ਫਿਰ ਵਾਰਨਿਸ਼ ਫੇਰ ਦੇਈਦੀ ਆ ਕਿ ਜਿਹੜੀ ਆਪਾਂ ਵਾਈਂਡਿੰਗ ਕਰਦੀ ਆ ਇਹ ਸਹੀ ਆ ਤੇ ਹੁਣ ਜਿਹੜੀ ਮੋਟਰ ਆ ਇਹ ਚੱਲਣ ਦੇ ਲਾਇਕ ਹੋ ਗਈ। ਉਹ ਵਾਰਨਿਸ਼ ਕਿੱਦਾਂ ਕਰਨੀ ਉਹ ਦੱਸ ਰਹੇ ਸਾਨੂੰ, ਠੀਕ ਹੈ ਜੀ ਸਰ। ਬਿਲਕੁਲ ਆਪਾਂ ਨੂੰ ਨਾ ਸਾਰਾਂਸ਼ ਦੇ ਰਿਹਾ ਪੂਰਾ ਦਾ ਪੂਰਾ, ਬਿਲਕੁਲ ਜਿਹੜਾ ਹੈਗਾ ਬਸ ਹੁਣ ਵੀ ਆ ਫਾਈਨਲ ਨਿਚੋੜ ਦੇ ਰਹੇ। ਹਾਂਜੀ ਹਾਂ ਬਿਲਕੁਲ ਠੀਕ ਹੈ। ਨਿਚੋੜ ਦੇ ਵਿੱਚ ਵੇਖੋ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਤੇ ਗੱਲ ਇਹ ਸਮਝਣਾ ਬੜਾ ਜ਼ਰੂਰੀ ਹੈ, ਨਿਸ਼ਾਨਾ ਕੀ ਆ। ਆਪਾਂ ਜਦੋਂ ਕੋਈ ਸਫ਼ਰ ਕਰਦੇ ਹਾਂ ਨਾ ਉਹਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਕਿ ਟਾਰਗੇਟ ਕੀ ਆ। ਪਹਿਲਾਂ ਟਾਰਗੇਟ ਤੇ ਪਤਾ ਹੋਣਾ ਚਾਹੀਦਾ ਹੈ ਨਾ ਕਿ ਕਿੱਥੇ ਆਪਾਂ ਨਿਸ਼ਾਨਾ ਕਿੱਥੇ ਮਾਰਨਾ, ਆਪਾਂ ਜਾਣਾ ਕਿੱਥੇ ਆ, ਔਰ ਉਸ ਤੋਂ ਬਾਅਦ ਜਿਹੜਾ ਉਹ ਟਾਰਗੇਟ ਨੂੰ ਕਿੱਦਾਂ ਇਹ ਫਿਰ ਹਿੱਟ ਕਰਨਾ ਹੈ, ਉਹ ਫਿਰ ਕਿਰਿਆ ਜਿਹੜੀ ਉਹ ਬਾਅਦ ਦੀ ਗੱਲ ਹੈ। ਉਹ ਦੈਟ ਇਜ਼ ਸੈਕੰਡ। ਇਹ ਸਭ ਸਹੀ ਹੈ, ਬਿਲਕੁਲ ਠੀਕ ਹੈ ਜੀ। ਪਹਿਲਾਂ ਆਪਾਂ ਲਕਸ਼ ਤੇ ਦੇਖੋ, ਅਰਜੁਨ ਨੂੰ ਕਹਿੰਦੇ ਸੀ ਕਿ ਉਹ ਤੀਰ ਚਲਾ, ਉਹ ਕਹਿੰਦਾ ਕਿੱਥੇ ਤੀਰ ਮਾਰਨਾ, ਕਹਿੰਦੇ ਅੱਖ 'ਚ ਮਾਰਨਾ। ਕੱਲ ਪਤਾ ਲੱਗ ਗਈ ਤੀਰ ਕਿੱਥੇ ਮਾਰਨਾ, ਅੱਖ 'ਚ ਮਾਰਨਾ। ਤੇ ਉਹ ਅੱਜ ਦੀ ਤੇ ਕੱਲ ਨੂੰ ਆਪਾਂ ਸਿੱਖ ਹੀ ਲੈਣਾ ਜੇ ਤੁਹਾਨੂੰ ਪਤਾ ਲੱਗ ਗਿਆ ਕਿ ਲਕਸ਼ ਕੀ ਹੈ। ਜਦੋਂ ਆਪਾਂ ਕਲਪਨਾ ਦੇ ਨਾਲ ਕੋਈ ਲਕਸ਼ ਬਣਾ ਲਾਂਗੇ ਉੱਥੇ ਤੀਰ ਤੇ ਜਾਣਾ ਹੀ ਨਹੀਂ, ਕਿਉਂਕਿ ਇੱਥੇ ਹੈ ਹੀ ਨਹੀਂ ਕੁਝ, ਉੱਥੇ ਸਾਡੀ ਇੱਕ ਕਲਪਨਾ ਹੈ ਜਾਂ ਤੇ ਕਿਸੇ ਨੇ ਦੱਸਦਾ ਹੈ। ਹੁਣ ਬਾਣੀ ਆਪਣੇ ਨਾਲ ਜਿਹੜੀ ਗੱਲ ਕਰਦੀ ਸੀ ਨਾ ਬਿਲਕੁਲ ਪ੍ਰੈਕਟੀਕਲ ਗੱਲਾਂ ਜੋ ਕਰਨ ਵਾਸਤੇ ਕਹਿ ਰਹੀ ਆ। ਕਲਪਨਾ ਦੀ ਵਜ੍ਹਾ ਦੱਸੋ ਤੁਹਾਨੂੰ, ਕੋਈ ਕਲਪਨਾ ਦੀ ਗੱਲ ਕਰ ਰਹੀ ਹੈ ਬਾਣੀ, ਇੱਕ ਵੀ ਲਫ਼ਜ਼ ਬੋਲ ਦੋ, ਇੱਕ ਵੀ ਸੈਂਟੈਂਸ ਲੱਭੋ ਬਾਣੀ ਦੇ ਵਿੱਚੋਂ ਜਿਹਦੇ ਵਿੱਚ ਕਲਪਨਾ ਕੀਤੀ ਗਈ ਹੈ, ਜਿੱਥੇ ਭਰਮ ਪਾਇਆ ਗਿਆ ਹੈ, ਜਿੱਥੇ ਸਾਨੂੰ ਮਤਲਬ ਇਹ ਕਿਹਾ ਹੈ ਕਿ ਤੁਸੀਂ ਅੰਨਾ ਵਿਸ਼ਵਾਸ ਕਰ ਲਓ। ਕਹਿੰਦੇ ਵਿਵੇਕ ਬੁੱਧੀ ਤੋਂ ਬਿਨਾਂ ਹਿੱਲਣਾ ਨਹੀਂ। ਇਹ ਚੀਜ਼ ਨੂੰ ਨੋਟਿਸ ਕਰੋ। ਔਰ ਪਰ ਕੁਝ ਜਿਹੜੇ ਸਵਾਰਥੀ ਲੋਕ ਨੇ ਜਿਹੜੇ ਆਪਣੇ ਨਗਨ ਨੂੰ ਕਵਰ ਕਰਨ ਦੇ ਲਈ ਬਾਣੀ ਦਾ ਸਹਾਰਾ ਲੈਂਦੇ, ਉਹ ਤੁਕਾਂ ਕੱਢ ਲੈਂਦੇ ਵਿੱਚੋਂ, ਅਗਲੀ ਪਿਛਲੀ ਛੱਡ ਦਿੰਦੇ, ਵਿੱਚੋਂ ਇੱਕ ਤੁਕ ਕੱਢ ਲੈਂਦੇ। ਔਰ ਬਾਣੀ ਤੇ ਹੁਣ ਤੁਸੀਂ ਪੜ੍ਹ ਹੀ ਰਹੇ ਜੋ, ਬਾਣੀ ਤੇ ਕਿਤੇ ਵੀ ਕਹਿੰਦੀ ਹੈ ਕਿ ਤੂੰ ਮੱਥਾ ਟੇਕਾ ਤੇ ਕੰਮ ਬਣ ਜੂ ਤੇਰਾ। ਜੇ ਬਾਣੀ ਕਹਿੰਦੀ ਹੈ ਤੂੰ ਕਰਮ ਕਾਂਡ ਕਰੀ ਜਾ ਤੇ ਤੇਰਾ ਕੰਮ ਰੋਕ ਆਏ, ਤੂੰ ਪੂਜਾ ਕਰ ਲਾ। ਬਾਣੀ ਤੇ ਕਹਿੰਦੀ ਹੈ ਭਗਤੀ ਤੋਂ ਬਿਨਾਂ ਜਿਹੜਾ ਹੈ ਤੇਰਾ ਕੰਮ ਨਹੀਂ ਰੋਕ ਆਉਣਾ। ਔਰ ਇਹ ਦੂਜਾ ਤੇ ਜਿਹੜੀਆਂ ਚੀਜ਼ਾਂ ਦੇਖੋ ਆਪਾਂ ਨੂੰ ਪਹਿਲਾਂ ਵੀ ਗੁਰੂ ਜੀ ਸਮਝਾ ਰਹੇ ਨੇ ਤੇ ਹੁਣ ਅੱਜ ਜਿਹੜੀ ਗੱਲਾਂ ਕਰ ਰਹੇ ਨੇ ਉਹ ਇਹ ਸਮਝਾ ਰਹੇ ਨੇ। ਲੇਕਿਨ ਸਭ ਪਹਿਲੀ ਤੁਕ ਬੋਲੋ, ਮੈਂ ਫਿਰ ਨਾਲ ਚੱਲਦੇ ਹਾਂ। ਜਤ ਪਹਾਰਾ ਧੀਰਜ ਸੁਨਿਆਰ, ਪਹਿਰਨ ਮਤ ਵੇਦ ਹਥਿਆਰ। ਹਾਂਜੀ ਵੀਰ ਜੀ, ਪਹਾਰਾ ਠੀਕ ਹੈ। ਹਾਂਜੀ, ਜਤ ਦੀ ਦੁਕਾਨ ਹੋਏ ਤੇ ਧੀਰਜ ਸੁਨਿਆਰ ਵਰਗਾ ਧੀਰਜ ਹੋਏ ਤੇ ਆਪਣੀ ਮੱਤ ਥੱਲੇ ਹੋਏ ਤੇ ਗੁਰੂ ਦੀ ਮੱਤ ਉੱਪਰ ਹੋਏ। ਗਿਆਨ ਬ੍ਰਹਮ ਗਿਆਨ ਜਿਹੜਾ ਹੈਗਾ ਆਪਣੇ ਉਹਨੂੰ ਅਪਣਾਈਏ, ਆਪਾਂ ਆਪਣੀ ਮੱਤ ਨੂੰ ਉਹਦੇ ਨਾਲ ਜਿਹੜਾ ਹੈਗਾ ਵਿਵੇਕ ਬੁੱਧੀ ਨਾਲ ਘੜੀਏ। ਹਾਂਜੀ ਵੀਰ ਬਿਲਕੁਲ ਠੀਕ ਹੈ। ਹੁਣ ਇਹ ਕਹਿੰਦੇ ਜੱਤ ਦਾ ਆਪਾਂ ਆਮ ਹੀ ਸੁਣਿਆ ਹੋਊਗਾ, ਉਹ ਬੰਦਾ ਬੜਾ ਜੱਦੀ ਹੈਗਾ। ਜੱਤ ਦਾ ਮਤਲਬ ਇੰਦਰੀਆਂ ਦਾ ਸੰਜਮ ਕਰਨ ਵਾਲਾ। ਹੁਣ ਇੱਥੇ ਪਤਾ ਕੀ ਕਹਿਣਾ ਚਾਹੁੰਦਾ ਮੈਂ ਤੁਹਾਨੂੰ, ਅਸਲ ਦੇ ਵਿੱਚ ਸਾਰਕ ਤੌਰ ਜੇ ਸੱਚ ਦੀ ਮੈਂ ਗੱਲ ਕਰਾਂਗਾ ਤਾਂ ਸੱਚ ਹੈਗਾ, ਮੈਂ ਤੁਹਾਡੇ ਝੂਠ ਨਹੀਂ ਮਾਰ ਸਕਦਾ। ਮੈਂ ਦੱਸਾਂਗਾ ਤੁਹਾਨੂੰ, ਕਮਲ ਦਾ ਫੁੱਲ ਛੱਪੜ ਤੋਂ ਉੱਪਰ ਆ ਗਿਆ, ਇਹਦਾ ਮਤਲਬ ਨਹੀਂ ਕਿ ਥੱਲੇ ਛੱਪੜ ਗੁੰਮ ਹੋ ਗਿਆ। ਬ੍ਰਹਮ ਗਿਆਨੀ ਉੱਥੇ ਛੱਪੜ ਕੀ ਬੈਠਾ ਵਾ, ਔਗੁਣ ਥੱਲੇ ਹੈਗੇ ਨੇ। ਬਿਲਕੁਲ ਇਹ ਅੱਜ ਆਪ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਬੜਾ ਤੁਹਾਨੂੰ ਗੱਲ ਗਹਿਰੀ ਕਰਦੀ ਹੈ। ਇਹਦਾ ਮਤਲਬ ਕਿ ਬ੍ਰਹਮ ਗਿਆਨੀ ਹੋ ਗਿਆ ਤੇ ਉਹ ਸੰਸਾਰ ਉਹਨੂੰ ਕੁਝ ਨਹੀਂ ਹੋਊਗਾ, ਉਹਦੇ ਥੱਲੇ ਔਗਣ ਹੈਗੇ ਨੇ ਛੱਪੜ ਦੇ ਵਿੱਚ, ਚਿੱਕੜ ਚ। ਬਹੁਤ ਵਧੀਆ ਜੀ।
ਕਾਮ ਕ੍ਰੋਧ ਲੋਭ ਮੋਹ ਹੰਕਾਰ ਉੱਥੇ ਬੈਠੇ ਹੋ, ਪਰ ਕਮਲ ਉੱਥੋਂ ਉੱਠ ਗਿਆ। ਉਹ ਲਿਪਦਾ ਨਹੀਂ ਉਹਦੇ ਨਾਲ ਚਿੰਬੜਦੇ ਨਹੀਂ ਉਹਦੇ ਨਾਲ, ਕਿਉਂਕਿ ਹੈ ਉਹਦੇ ਵਿੱਚ ਹੈ। ਵੇਖੋ ਇਹਦਾ ਮਤਲਬ ਕਿ ਬ੍ਰਹਮ ਗਿਆਨੀ ਉੱਥੇ ਰਹਿਣਾ ਪਊਗਾ। ਬਾਣੀ ਉਹ ਦੱਸ ਰਹੀ ਆਪਾਂ ਨੂੰ, ਇਸ ਚੀਜ਼ ਨੂੰ ਸਮਝੋ ਆਪ। ਕਿਉਂਕਿ ਚਿੱਤ ਜਿਹੜਾ ਹੈਗਾ, ਚਿੱਤ ਚ ਚੀਜ਼ਾਂ ਪ੍ਰਗਟ ਹੋਣੀਆਂ ਵਾ, ਕਿਉਂਕਿ ਉੱਥੇ ਵ੍ਰਿਤੀਆਂ ਹੈਗੀਆਂ, ਕਿਉਂਕਿ ਪ੍ਰਕਿਰਤੀ ਆ। ਪ੍ਰਕਿਰਤੀ ਦਾ ਸੁਭਾਅ ਹੀ ਹੈਗਾ ਵਾ, ਉਹ ਚੀਜ਼ ਹੋਣੀ ਆ ਸਾਹਮਣੇ। ਤਾਂਹੀਓ ਬਾਣੀ ਉਹਨਾਂ ਨੇ ਖਾਸ ਕਰਕੇ ਸਾਨੂੰ ਸਮਝਾਇਆ ਹੈ, ਬੜੇ ਕਲੀਅਰਲੀ ਸਮਝਾਇਆ ਹੈ। ਜਿਹਨੂੰ ਆਪ ਅੰਡਰਸਟੈਂਡ ਕਰੋ। ਇਹਦਾ ਮਤਲਬ ਬ੍ਰਹਮ ਗਿਆਨੀ ਹੋ ਗਏ ਤੇ ਸਾਰਾ ਸੰਸਾਰ ਜਿਹੜਾ ਇੱਕਦਮ ਪਵਿੱਤਰ ਹੋ ਜਾਊਗਾ। ਉਹ ਕਹਿੰਦੇ ਚਿੱਕੜ ਨੇ ਆਪਣਾ ਕੰਮ ਕਰਨਾ ਹੀ ਕਰਨਾ ਹੈ। ਪ੍ਰਕਿਰਤੀ ਆ, ਪ੍ਰਕਿਰਤੀ ਦਾ ਸੁਭਾਅ ਹੈ, ਉਹਨੇ ਆਖਰੀ ਦਮ ਤੱਕ ਕੋਈ ਲੱਗੇ ਰਹਿਣਾ ਆਪਣੇ ਕੰਮ 'ਚ। ਇਮਤਿਹਾਨ ਤੇਰਾ ਚੱਲਦਾ ਹੀ ਰਹਿਣਾ, ਕਿਉਂਕਿ ਤੇਰਾ ਸੰਗ ਉਹਦੇ ਵਿੱਚ ਹੈਗਾ। ਤੇਰਾ ਸਰੀਰ ਉਹਨਾਂ ਤੱਤਾਂ ਦਾ ਬਣਿਆ, ਪੰਜਾਂ ਤੱਤਾਂ ਦਾ, ਔਰ ਪੰਜਾਂ ਤੱਤਾਂ 'ਚ ਤਾਂ ਹੈਗੇ ਨੇ, ਔਰ ਉਹਦੀ ਚੀਜ਼ ਉੱਥੇ ਰਹੂਗੀ। ਪਰ ਡੀ ਅਟੈਚ ਹੋ ਜੀ। ਸੰਜਮ ਰੱਖੀ ਜਤ ਕਰੀ, ਜਤ ਦਾ ਭਾਰਾ ਧੀਰਜ ਸੁਨਿਆਰਾ। ਸੁਨਿਆਰੇ ਦਾ ਕੰਮ ਵੇਖੋਗੇ ਨਾ ਤੇ ਮੇਰੇ ਦੋਸਤ ਹੈਗੇ ਨੇ ਦੋ ਚਾਰ, ਬੜੀ ਬਰੀਕੀ ਦਾ ਕੰਮ ਹੈ, ਬੜੇ ਹੌਸਲੇ ਦਾ ਕੰਮ। ਕਾਲੇ ਬੰਦੇ ਦਾ ਕੋਈ ਕੰਮ ਨਹੀਂ, ਬਿਲਕੁਲ ਥੋੜਾ ਕੰਮ। ਇੱਕ ਨਗ ਫਿੱਟ ਕਰਦੇ ਨੇ ਹਾਰ ਦੇ ਵਿੱਚ, ਪਰ ਜਦੋਂ ਸ਼ੁਰੂਆਤ ਕਰਦੇ ਨੇ ਤੇ ਇੰਝ ਲੱਗਦਾ ਕਿ ਪੱਤਰੀ ਜੀ ਚੁੱਕੇ ਫਿਰਦੇ। ਪਰ ਜਦੋਂ ਇੱਕ ਮਣਕਾ ਕੋ ਬਿਠਾਈ ਜਾਂਦੇ ਨਾ ਨੈਕਲੈਸ ਦੇ ਵਿੱਚ, ਕਿੰਨਾ ਚੌਹਾਂ ਦਿਨਾਂ 'ਚ ਇੱਕ ਖੂਬਸੂਰਤ ਹਾਰ ਬਣ ਜਾਂਦਾ। ਤੇ ਬਾਣੀ ਵੀ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਾਲੇ ਨਹੀਂ ਪੈਣਾ। ਕਾਲੇ ਦਾ ਕੰਮ ਨਹੀਂ ਹੈਗਾ, ਆਤਮ ਵਿਦਿਆ ਦਾ ਕੰਮ ਹੈ। ਕਿ ਕਹਿੰਦੇ ਆ ਕਿ ਆਤਮ ਗਿਆਨੀ ਦੀ ਅਵਸਥਾ ਨੂੰ ਆਪਾਂ ਪ੍ਰਾਪਤ ਕਰਨਾ ਹੈ। ਤੇ ਉਹ ਇਹ ਨਹੀਂ ਕਿ ਆਤਮ ਗਿਆਨੀ ਜਿਹੜਾ ਹੈ ਉਹ ਕਰਮਾਂ ਤੋਂ ਮੁਕਤ ਹੋ ਜਾਂਦਾ। ਕਰਮ ਤਾਂ ਕਰਨੇ ਹੀ ਪੈਣੇ ਨੇ ਜੀ ਸਾਹਿਬ। ਬਿਲਕੁਲ ਕਰਮ ਕਰਨੇ, ਪਰ ਕਰਮ ਦੇ ਪਿੱਛੇ ਸੰਸਾਰ ਦਾ ਕਲਿਆਣ ਛੁਪਿਆ ਹੁੰਦਾ ਹੈ। ਉਹਦੇ ਕਰਮਾਂ ਦੇ ਪਿੱਛੇ ਕੋਈ ਸਵਾਰਥ ਨਹੀਂ ਹੁੰਦਾ। ਅਰਜਨ ਨੂੰ ਕ੍ਰਿਸ਼ਨ ਇਹ ਕਹਿ ਰਿਹਾ ਹੈ ਕਿ ਅਰਜੁਨ ਉਹ ਦੇਖ ਸਾਹਮਣੇ ਜੋ ਵੀ ਹੈਗਾ ਹੈ, ਤੂੰ ਸਹੀ ਫੈਸਲਾ ਲੈ। ਅਰਜੁਨ ਕਹਿੰਦਾ ਨਹੀਂ, ਉਹ ਤੇ ਮੇਰੇ ਰਿਸ਼ਤੇਦਾਰ ਹੈਗੇ। ਉਹ ਕਹਿੰਦਾ ਨਹੀਂ, ਪਰ ਖਲੋਤੇ ਕਿੱਥੇ ਪਏ ਆ? ਇਹ ਸੱਚ ਹੈਗਾ। ਇਹਦਾ ਮਤਲਬ ਕਿ ਇਮਤਿਹਾਨ ਜਿਹੜਾ ਜਦੋਂ ਹੋਣਾ ਹੈ, ਔਰ ਉਸ ਟਾਈਮ ਤੇ ਤੁਹਾਡੀ ਯਥਾਰਥ ਬੁੱਧੀ, ਵਿਵੇਕ ਬੁੱਧੀ ਦਾ ਸਹਾਰਾ ਲੈਣਾ ਹੈ। ਤੁਸੀਂ ਕੰਜਰ ਦੇ ਨਾਲ ਇਹ ਸੁਨਹਿਰੇ ਵਾਲਾ ਕੰਮ ਕਰਨਾ ਹੈ ਕਿ ਮੈਂ ਵਿਕਾਰਾਂ 'ਚ ਗ੍ਰਸਤ ਨਹੀਂ ਹੋਵਾਂਗਾ। ਕਿਉਂਕਿ ਔਗਣ ਜਿਹੜੇ ਹੈਗੇ ਭੋਗਾਂ ਨੂੰ ਭੋਗਾਂਗਾ ਨਹੀਂ ਮੈਂ। ਭੋਗ ਤੇ ਰਹਿਣੇ ਆ ਨਿਜਰ ਸਾਹਿਬ, ਭੋਗ ਥੋੜੀ ਖਤਮ ਹੋ ਜਾਣੇ। ਉਹ ਭੋਗਾਂ ਨੂੰ ਆਪਾਂ ਵੇਖਣਾ ਹੈ, ਵਿਸ਼ਲੇਸ਼ਣ ਕਰਨਾ ਹੈ। ਇਹ ਜਿਹੜੇ ਭੋਗ ਆ, ਜੇ ਮੈਂ ਇਹਨਾਂ ਨੂੰ ਭੋਗਦਾ ਹੈ ਤੇ ਇਹ ਕਦੀ ਚੰਗੀ ਨਹੀਂ ਹੈਗੀ, ਕਿਉਂਕਿ ਮੈਂ ਤਾਂ ਉੱਪਰ ਨੂੰ ਜਾ ਰਿਹਾ। ਪ੍ਰਕਿਰਤੀ ਜਿਹੜੀ ਹੈ ਜੀਵ ਨੂੰ ਭੋਗਾਂ ਦੇ ਨਾਲ ਬੰਨ ਕੇ ਬੈਠੀ ਹੈ। ਜੀਵ ਹੈ ਤੇ ਬ੍ਰਹਮ ਹੀ ਹੈ, ਪਰ ਜਦ ਤੱਕ ਭੋਗਾਂ 'ਚ ਹੈਗਾ ਇਹ ਬ੍ਰਹਮ ਨਹੀਂ ਹੈਗਾ ਕਿ ਜੀਵ ਹੈ। ਜਿੰਨਾ ਚਿਰ ਤੱਕ ਜੀਵ ਭੋਗਾਂ ਦਾ ਤਿਆਗ ਨਹੀਂ ਕਰਦਾ, ਪ੍ਰਕਿਰਤੀ ਸਾਨੂੰ ਦੁਖੀ ਨਹੀਂ ਕਰ ਸਕਦੀ, ਨਾ ਹੀ ਮਰਨ ਜੰਮਾਂ ਦੇ ਗੇਟ ਭੇਜ ਸਕਦੀ ਹੈ। ਜੀਵ ਇਸ ਕਾਰਜ ਨੂੰ ਖੁਦ ਪੂਰਾ ਕਰਦਾ ਹੈ, ਔਰ ਜੀਵ ਜਿਹੜਾ ਖੁਦ ਹੀ ਇਸੇ ਕਿਸਮ ਦੇ ਕਰਮਾਂ ਦੀ ਚੋਣ ਕਰਦਾ ਹੈ, ਔਰ ਇਸਨੇ ਆਪਣੇ ਆਪ ਨੂੰ ਹੀ ਪ੍ਰਕਿਰਤੀ ਦੇ ਨਾਲ ਬੰਨ ਕੇ ਰੱਖਿਆ। ਪ੍ਰਕਿਰਤੀ ਵੀ ਜ਼ਬਰਦਸਤੀ ਨਹੀਂ ਕਰਦੀ, ਉਹ ਤਾਂ ਆਪਸ਼ਨ ਦਿੰਦੀ ਹੈ A to Z। ਉਹ ਆਪਾਂ ਚੁਆਇਸ ਕਿਹੜੀ ਕਰਦੇ ਆ ਉਹਦੇ ਉੱਤੇ ਫੈਸਲਾ ਨਿਰਭਰ ਹੈ। ਠੀਕ ਹੈ ਨਾ ਜੀ ਸਾਹਿਬ? ਹਾਂਜੀ ਬਿਲਕੁਲ ਸਹੀ ਹੈ ਜੀ, ਬਿਲਕੁਲ। ਅਹਰਨ, ਅਹਰਨ ਮਤ ਵੇਦ ਹਥਿਆਰ। ਦੇਖੋ ਅਹਰਨ ਦਾ ਮਤਲਬ ਪਤਾ ਕੀ ਹੁੰਦਾ? ਤੁਸੀਂ ਵੇਖੋ ਆਮ ਲੋਹਾਰਾਂ ਦੇ ਕੋਲ ਜਾਓਗੇ ਨਾ, ਲੋਹੇ ਦਾ ਹੁੰਦਾ ਵਾ ਬੂਟ ਜੇ ਵਰਗਾ, ਉਹਦੇ ਤੇ ਲੋਹਾ ਰੱਖਦੇ ਨਾ, ਉਹਨੂੰ ਸਿੱਧਾ ਕਰਦੇ ਅਗਲੇ। ਉਹ ਕਹਿੰਦੇ ਕਿ ਅਹਰਨ ਮਤ, ਜਿਹੜੀ ਮੱਤ ਹੈ ਨਾ ਤੇਰੀ, ਉਹਦੇ ਤੇ ਮੱਤ ਨੂੰ ਅਹਰਨ ਦੀ ਤਰ੍ਹਾਂ ਵਰਤਣੀ। ਵੇਖੋਗੇ ਕਿਤੇ ਲੋਹਾਰਾਂ ਦੇ ਤੁਹਾਡੇ ਲੱਗੇ ਲੋਹਾਰਾਂ ਦੀਆਂ ਦੁਕਾਨਾਂ ਹੋਣੀਆਂ, ਉੱਥੇ ਜਾ ਕੇ ਉਹਨਾਂ ਨੂੰ ਕਹੋਗੇ ਸਾਨੂੰ ਅਹਰਨ ਦਿਖਾਓ, ਉਹ ਦਿਖਾਉਣ ਇੱਕ ਲੋਹੇ ਦੀ ਹੈਗੀ, ਉਹਦੇ ਤੇ ਰੱਖ ਕੇ ਰੰਬੇ ਦਾਤਰੀਆਂ ਉਹ ਟੋਕੇ ਟਾਕੇ ਚਿੱਠੇ ਕਰਦੇ ਅਗਲੇ। ਕਿਉਂਕਿ ਜਿੱਥੇ ਬੜੇ ਹੈਗੀ ਆ, ਜਿੱਥੇ ਵਿੰਗਾ ਟੇਡਾ ਉਹਨੂੰ ਸਿੱਧਾ ਕਰਦੇ ਉਹਦੇ ਨਾਲ ਥੋੜਾ ਮਾਰਦੇ ਉਹਦੇ। ਇੱਥੇ ਗੁਰੂ ਜੀ ਆਪਾਂ ਨੂੰ ਕੀ ਕਹਿ ਰਹੇ ਨੇ? ਸੰਸਾਰਿਕ ਚੀਜ਼ ਦੇ ਰਾਹੀਂ ਆਪਾਂ ਨੂੰ ਬ੍ਰਹਮ ਵਿਦਿਆ ਸਮਝਾ ਰਹੇ। ਕਹਿੰਦੇ ਅਹਰਨ ਮਤ ਵੇਦ ਹਥਿਆਰ।
ਆਇਰਨ ਤੇ ਮੱਧ ਦਾ ਕੰਬੀਨੇਸ਼ਨ ਕਰਨਾ ਤੇ ਵੇਦਾਂ ਨੂੰ ਥੋੜੇ ਦੀ ਤਰ੍ਹਾਂ ਵਰਤਣਾ ਹੈ, ਹਥਿਆਰ ਦੀ ਤਰ੍ਹਾਂ ਵਰਤਣਾ। ਵੇਦ ਤੇਰੇ ਗ੍ਰੰਥ ਤੈਨੂੰ ਦੱਸਣਗੇ ਕੀ ਕਰਨਾ ਕੀ ਨਹੀਂ ਕਰਨਾ, ਕਿੱਥੇ ਥੋੜਾ ਮਾਰਨਾ, ਕਿੱਥੇ ਲੋੜ ਪਊਗੀ ਤੈਨੂੰ, ਜਿੱਥੇ ਪੈ ਗਿਆ ਤੈਨੂੰ ਕਿੱਦਾਂ ਕੱਢਣਾ, ਤੈਨੂੰ ਵੇਦ ਦੱਸਣਗੇ ਤੇ ਵੇਦ ਦੇ ਦੱਸਣਗੇ। ਵੇਦਾਂ ਨੇ ਤੇ ਦੱਸਦਾ ਵਾ ਜੱਤ ਦਾ ਪਹਾਰਾ ਕਰਨਾ, ਧੀਰਜ ਸੁਨਿਆਰਾ। ਇਹ ਜਿਹੜੀਆਂ ਇੰਦਰੀਆਂ ਵਾ ਇਹਨਾਂ ਦੇ ਉੱਤੇ ਇਹਨਾਂ ਤੇ ਆਪਣਾ ਤੂੰ ਸੰਜਮ ਰੱਖਣਾ ਹੈ, ਗ੍ਰਸਤ ਨਹੀਂ ਹੋਣਾ ਇੰਦਰੀਆਂ ਦੇ ਵਿੱਚ। ਹਾਂਜੀ ਨਹੀਂ ਸਭ ਅਗਲੀ ਤੋਂ ਬਿਲਕੁਲ ਮਹਾਰਾਜ ਜੀ, ਇਹੀ ਤਾਂ ਆਪਾਂ ਗਿਆਨ ਹੀ ਲੈ ਰਹੇ ਹਾਂ। ਆਪਾਂ ਮਹਾਰਾਜ ਜੀ ਦੱਸ ਰਹੇ, ਪਹਿਲੀ ਪਾਤਸ਼ਾਹੀ ਦੱਸ ਰਹੀ ਆ ਵੀ ਜਿਹੜਾ ਪੱਥਰ ਹੈਗਾ ਇਹਨੂੰ ਕਿਵੇਂ ਗੋਲ ਕਰਨਾ ਹੈ ਕਿ ਦਰਿਆ ਦੇ ਵਿੱਚ ਚੱਲਦਾ ਰਹੇ। ਠੀਕ ਹੈ ਜੀ। ਅੱਗੇ ਹੁਣ ਕਹਿੰਦੇ ਆ ਪਾਓ ਖੱਲਾ ਅਗਨ ਤਪਤਾਓ। ਕਹਿੰਦੇ ਖੱਲ ਜਿਹੜੀ ਹੈਗੀ ਆ ਉਹ ਪਰਮਾਤਮਾ ਦਾ ਭੈ ਹੋਣਾ ਚਾਹੀਦਾ ਤੇਰੇ ਅੰਦਰ। ਮਾਲਕ ਹਰ ਟਾਈਮ ਤੇਰੇ ਇੱਕ ਇੱਕ ਐਕਸ਼ਨ ਨੂੰ ਮਾਲਕ ਦੇਖ ਰਿਹਾ, ਤੇਰੇ ਅੰਦਰ ਹੀ ਬੈਠਾ ਹੈ ਮਾਲਕ ਪਰਮਾਤਮਾ। ਇਹ ਡਰ ਹੋਏ ਤੇਰੇ ਅੰਦਰ। ਤੇ ਤਪ ਜਿਹੜੀ ਹੈ, ਤਪੱਸਿਆ ਜਿਹੜੀ ਹੈਗੀ ਆ, ਘਾਲਣਾ ਜਿਹੜੀ ਹੈ, ਗਏ ਮਸੱਕਤ ਘਾਲ। ਜਿੰਨੀ ਨਾਮ ਤੇ ਆਇਆ ਗਏ ਮਸੱਕਤ ਘਾਲ। ਕਹਿੰਦੇ ਮਸੱਕਤ ਮਿਹਨਤ ਇਹ ਘਾਲਣਾ ਤੇਰੀ ਹੋਣੀ ਚਾਹੀਦੀ ਆ। ਇਹ ਤਾਪਿਆ ਤਾਂ ਇਹ ਬ੍ਰਹਮ ਅਗਨ ਪੈਦਾ ਹੋਣੀ ਹੈ। ਭਾਉ ਖੱਲਾ ਅਗਨ ਤਪ ਤਾਓ। ਭਾਂਡਾ ਭਾਓ, ਭਾਂਡਾ ਜਿਹੜਾ ਹੈਗਾ ਪਿਆਰ ਦਾ ਹੋਣਾ ਚਾਹੀਦਾ, ਭਰੋਸੇ ਦਾ ਹੋਣਾ ਚਾਹੀਦਾ ਹੈ। ਉਹਦੇ ਵਿੱਚ ਅੰਮ੍ਰਿਤ ਆਏਗਾ। ਅੰਮ੍ਰਿਤ ਤੇ ਢਾਲ, ਤੇਰਾ ਹਿਰਦਾ ਜਿਹੜਾ ਹੈਗਾ ਪਿਆਰ ਵਾਲਾ ਹੋਣਾ ਚਾਹੀਦਾ ਹੈ, ਉਹਦੇ ਵਿੱਚ ਅੰਮ੍ਰਿਤ ਆਉਣਾ ਹੈ। ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਉਹਦੇ ਵਿੱਚ ਅੰਮ੍ਰਿਤ ਪਾ, ਉਹਦੇ ਵਿੱਚ ਅੰਮ੍ਰਿਤ ਆਏਗਾ। ਹਾਂਜੀ ਵੀ ਹਾਂ। ਹੁਣ ਇੱਥੇ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਹੈ ਭਾਉ ਖਲਾ। ਖਲਾ ਦਾ ਮਤਲਬ ਹੈਗਾ ਜਿਹੜੀ ਸੁਨਿਆਰਿਆਂ ਪੁੱਤ ਨੂੰ ਪਾਈਪ ਜੀ ਹੁੰਦੀ ਤੇ ਫੂਕ ਮਾਰਦੇ ਅਗਲੇ, ਉਹ ਚ ਫੂਕ ਮਾਰ ਕੇ ਅੱਗ ਨੂੰ ਨਾ ਧੱਕਾ ਦੇ ਕੇ ਤੇ ਸੋਨੇ ਨੂੰ ਮੈਲਟ ਕਰਦੇ, ਜਿੱਥੇ ਜੋੜ ਲਾਉਂਦੇ ਹੁੰਦੇ ਕਿਤੇ ਟੰਕਾ ਨਹੀਂ ਲਾਈਦਾ। ਉਹ ਸੁਨਿਆਰੇ ਉਹਨੂੰ ਖਲਾ ਕਹਿੰਦੇ ਆ। ਕਹਿੰਦੇ ਭਾਉ ਖਲਾ ਅਗਨ ਤਪਤਾਓ। ਤੇ ਅਗਨੀ ਦਾ ਪਤਾ, ਅਗਨੀ ਹੈ ਤੁਹਾਨੂੰ ਪਤਾ ਹੀ ਹੈ, ਅੱਗ। ਤੇ ਤਪ ਦਾ ਮਤਲਬ ਤਪੱਸਿਆ, ਸੇਕ ਦੇਣਾ, ਕਿਸੇ ਚੀਜ਼ ਨੂੰ ਦਰੁਸਤ ਕਰਨਾ, ਉਹਨੂੰ ਸਹੀ ਕਰਨਾ। ਤੇ ਇੱਥੇ ਕਹਿੰਦੇ ਨੇ ਭਾਉ ਖਲਾ। ਕਹਿੰਦੇ ਭਾਉ ਦੀ ਖਲਾ ਵਰਤਣੀ ਆ, ਉਹਦੀ ਫੂਕ ਮਾਰਨ ਵਾਲੀ ਚੀਜ਼ ਹੈ ਨਾ ਜਿਹੜੀ ਪੈਪ, ਉਹ ਭਾਉ ਦੀ ਨਹੀਂ ਚਾਹੀਦੀ, ਪਰਮਾਤਮਾ ਦੀ। ਪਰਮਾਤਮਾ ਦਾ ਭਾਉ ਕਰਨਾ ਹੈ। ਤੇਰੇ ਤੇ ਕੋਈ ਮੋਨੀਟਰ ਨਹੀਂ ਬੈਠਾ, ਤੈਨੂੰ ਵੀ ਵੇਖਣ ਵਾਲਾ ਕੋਈ ਫੈਕਟਰੀ ਚ ਕੋਈ ਕੰਮ ਕਰ ਰਹੇ ਜੋ ਤੁਹਾਡੇ ਉੱਪਰ ਵੇਖ ਰਿਹਾ, ਕੋਈ ਨਿਗਰਾਨੀ ਰੱਖ ਕੇ ਬੈਠਾ। ਇਹ ਜਿਹੜਾ ਕੰਮ ਹੈ ਨਾ, ਅਸੀਂ ਖੁਦ ਹੀ ਤੇ ਕਰਨਾ ਹੈ। ਔਰ ਇਹਦਾ ਭਾਵ ਹੈ, ਭਾਵ ਦਾ ਮਤਲਬ ਇਹ ਹੁੰਦਾ ਹੈ ਆਪਣੇ ਆਪ ਦੇ ਉੱਪਰ ਸੰਜਮ ਰੱਖਣਾ। ਕਿਉਂਕਿ ਸਾਡੇ ਅੰਦਰ ਖੁਦ ਹੀ ਬੈਠੇ ਆ, ਸਾਡੇ ਉੱਤੇ ਕੋਈ ਮੋਨੀਟਰ ਥੋੜੀ ਬੈਠਾ ਹੈ ਜਿਹੜਾ ਸਾਨੂੰ ਵੇਖਣਾ ਹੈ, ਕਿਉਂਕਿ ਸਾਡਾ ਚਿੱਤ ਹੈਗਾ, ਅਸੀਂ ਤੇ ਬੈਠੇ ਹਾਂ। ਤੇ ਜਦ ਤੱਕ ਅਸੀਂ ਆਪਣੇ ਆਪ ਨੂੰ ਦੇਖਦੇ ਨਹੀਂ, ਉਹਨਾਂ ਚਿਰ ਤੱਕ ਗੱਲ ਨਹੀਂ ਬਣਦੀ। ਸੋ ਇਹ ਚੀਜ਼ ਹੈਗੀ ਹੈ। ਤੇ ਅਗਨ ਤਪ ਤਾਓ, ਤੇ ਤਾਓ ਦਾ ਮਤਲਬ ਹੈਗਾ ਤਪ ਕਰਨਾ, ਕਿਰਿਆ ਕਰਨੀ। ਇਹ ਜਿਹੜਾ ਵਾ ਘਾਲਣਾ ਦਾ ਕੰਮ ਹੈਗਾ ਜੀ ਸਰ। ਬਿਲਕੁਲ ਘਾਲਣਾ ਦਾ ਕੰਮ ਆ। ਮਿਹਨਤ ਕਰਨੀ ਪੈਣੀ ਆ, ਧਿਆਨ ਸਿਮਰਨ ਰੋਜ਼ ਕਰਨਾ ਪੈਣਾ। ਕਹਿਣ ਤੋਂ ਭਾਵ ਕਿਤੇ ਤਾਂ ਸੁਨਿਆਰਾ ਫੂਕਾ ਮਾਰ ਮਾਰ ਕੇ ਸੋਨੇ ਦੇ ਟੰਕੇ ਜੋੜਦਾ ਨਾ, ਮੋਤੀ ਵਿੱਚ ਬੀੜਦਾ। ਇਹ ਸਾਰੀ ਕਿਰਿਆ ਕਹਿੰਦੇ ਆ ਕਿ ਤੈਨੂੰ ਖੁਦ ਕਰਨੀ ਪੈਣੀ ਹੈ, ਤੈਨੂੰ ਆਪਣੇ ਮਿਹਨਤ ਕਰਨੀ ਪੈਣੀ ਹੈ, ਔਰ ਤੈਨੂੰ ਆਪਣਾ ਧਿਆਨ ਰੱਖਣਾ ਪੈਣਾ ਹੈ। ਔਰ ਉਹ ਹੀਰੇ ਨੂੰ ਤੈਨੂੰ ਤਿਆਰ ਕਰਨਾ ਪਊਗਾ ਆਤਮ ਗਿਆਨ ਵਾਲੇ। ਉਹ ਜਿਹੜਾ ਨੈਕਲੇਸ ਹੈ ਨਾ, ਫਿਰ ਉਹ ਜਿਹੜੀ ਹੀਰੇ ਲਾ ਕੇ ਉਹਨੂੰ ਹੌਲੀ ਹੌਲੀ ਤਿਆਰ ਕਰਕੇ, ਔਰ ਸੰਜਮ ਰੱਖਣਾ ਹੈ। ਹੌਲੀ ਹੌਲੀ ਸੁਨਿਆਰੇ ਨੂੰ ਲਗਾਤਾਰ ਤੈਨੂੰ ਕਿਰਿਆ ਕਰਨੀ ਪਊ। ਹਾਂਜੀ ਠੀਕ ਹੈ ਜੀ ਸਰ। ਭਾਂਡਾ ਭਾਓ ਪ੍ਰੇਮ ਦਾ ਭਾਂਡਾ ਹੋਏ ਤੇ ਅੰਮ੍ਰਿਤ ਉਹਦੇ ਵਿੱਚ ਟਲ ਜਾਏਗਾ। ਔਰ ਅੰਮ੍ਰਿਤ ਜਿਹੜਾ ਹੈਗਾ ਉਹਦੇ ਵਿੱਚ ਤਾਂ ਅੰਮ੍ਰਿਤ ਆ ਸਕਦਾ ਉਹਦੇ ਵਿੱਚ, ਜੇ ਆ ਤੇਰੇ ਉੱਪਰ ਜਿਹੜੀਆਂ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਹੈਗੀਆਂ ਮੈਚ ਹੋ ਜਾਣਗੀਆਂ। ਇਹ ਭਾਂਡਾ ਵੀਰ ਜੀ ਹਿਰਦਾ ਵੀ ਲੈ ਸਕਦੇ ਆ ਜੀ? ਹਾਂਜੀ ਬਿਲਕੁਲ ਹਿਰਦਾ ਹੀ ਆ ਭਾਂਡਾ, ਹਿਰਦੇ 'ਚ ਹੀ ਪ੍ਰਗਟ ਹੋਣਾ ਹੈ ਨਾ। ਭਾਂਡਾ ਭਾਓ ਅੰਮ੍ਰਿਤ ਤੇ ਢਾਲ, ਉਹਦੇ ਵਿੱਚ ਅੰਮ੍ਰਿਤ ਜਿਹੜਾ ਹੈ ਢਲ ਜਾਣਾ ਆ। ਹਿਰਦੇ 'ਚ ਹੀ ਆਉਣਾ। ਹਾਂ ਅੰਮ੍ਰਿਤ ਤੇ ਢਾਲ ਘੜੀਏ ਸ਼ਬਦ ਸੱਚੀ ਟਕਸਾਲ।
ਇਹ ਸ਼ਬਦ ਦੀ ਜਿਹੜੀ ਹੈਗੀ ਟਕਸਾਲ ਜਿਹੜੀ ਹੈਗੀ ਇਹ ਉੱਪਰ ਦੱਸੀ ਸਾਰੀ ਵਿਧੀ ਕੀ ਆ ਕਿ ਨਾਮ ਧਨ ਕਿਵੇਂ ਇਕੱਠਾ ਹੋਣਾ ਹੈ। ਇਸ ਆਪਾਂ ਨੂੰ ਸਵਾਸ ਮਿਲਿਆ, ਮਨੁੱਖੀ ਸਰੀਰ ਮਿਲਿਆ ਹੋਇਆ ਹੈ। ਇਹ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਕੰਮ ਵਾਸਤੇ ਮਿਲਿਆ ਹੋਇਆ ਆਪਾਂ ਨੂੰ। ਇਹ ਸ਼ਬਦ ਦੀ ਕਮਾਈ ਕਰਨ ਵਾਸਤੇ ਮਿਲਿਆ ਹੋਇਆ ਹੈ, ਸ਼ਬਦ ਦੇ ਸਿੱਕੇ ਕਰਨ ਵਾਸਤੇ ਮਿਲਿਆ। ਜਦ ਨਾਮ ਧਨ ਹੋ ਜਾਂਦਾ ਹੈ ਤੇ ਫਿਰ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਨਜ਼ਰ ਹੋ ਜਾਂਦੀ ਹੈ। ਜਿਨ ਕੋ ਨਜ਼ਰ ਕਰਮ ਤਿਨਕਾਰ, ਹੁਣ ਜਿਨ੍ਹਾਂ ਤੇ ਮਿਹਰ ਆ ਮਾਲਕ ਦੀ ਉਹਨਾਂ ਨੂੰ ਇਹ ਕਰਮ ਕਰਨ ਨੂੰ ਮਿਲਦਾ ਹੈ। ਭਾਈ ਇਹ ਕਾਰ ਨਿੱਤ ਦੀ ਹੋ ਜਾਂਦੀ ਹੈ ਉਹਨਾਂ ਦੀ। ਨਾਨਕ ਨਦਰੀ ਨਜ਼ਰ ਨਿਹਾਲ, ਉਸ ਨਦਰੀ ਦੀ ਮਾਲਕ ਪਰਮਾਤਮਾ ਦੀ ਨਜ਼ਰ ਕਿਰਪਾ ਦੇ ਨਾਲ ਨਿਹਾਲੋ ਨਿਹਾਲ ਹੋ ਜਾਂਦੇ ਆ। ਸ਼ਾਂਤੀ ਔਰ ਆਨੰਦ ਉਹਨਾਂ ਦੇ ਜੀਵਨ ਦੇ ਵਿੱਚ ਆ ਜਾਂਦਾ ਹੈ। ਹਾਂਜੀ ਬੇਟਾ। ਹਾਂਜੀ ਠੀਕ ਹੈ ਜੀ। ਤੇ ਸਾਧ ਸੰਗਤ ਜੀ ਹੁਣ ਆਪਾਂ ਨੂੰ ਬਾਣੀ ਇਹ ਸਮਝਾ ਰਹੀ ਹੈ ਅੰਮ੍ਰਿਤ। ਅੰਮ੍ਰਿਤ ਦਾ ਮਤਲਬ ਕੋਈ ਐਸੀ ਸ਼ਕਤੀ ਜਿਹਨੂੰ ਪੀਣ ਦੇ ਨਾਲ ਬੰਦਾ ਅਮਰ ਹੋ ਜਾਂਦਾ ਹੈ। ਉਹਦੀ ਗੱਲ ਕਰਦੇ ਕਾਫੀ ਪਵਿੱਤਰ ਸ਼ਬਦਾਂ ਦੀ ਗੱਲ ਕੀ ਜਾਣੇ ਅੰਮ੍ਰਿਤ ਪੀਤਾ ਤੇ ਬੰਦਾ ਜਿਹੜਾ ਅਮਰ ਹੋ ਗਿਆ। ਉਹ ਕਹਿੰਦੇ ਆ ਭਾਂਡਾ ਪਾਓ, ਤੇਰਾ ਜਿਹੜਾ ਭਾਂਡਾ ਹੈ ਭਾਉ ਦਾ ਚਾਹੀਦਾ। ਤੇ ਅੰਮ੍ਰਿਤ ਤਿੱਤ ਢਾਲ, ਤਿੱਤ ਦਾ ਮਤਲਬ ਹੈਗਾ ਨਿੱਤਲ ਸਾਹਿਬ ਉਹਦੇ ਵਿੱਚ ਉਸ ਭਾਂਡੇ ਉਹਦੇ ਵਿੱਚ ਢਾਲ, ਢਾਲ ਦਾ ਮਤਲਬ ਢਾਲ ਬਣਾਉਣਾ। ਭਾਉ ਦੇ ਭਾਂਡੇ ਵਿੱਚ ਜਿਹੜਾ ਤੈਨੂੰ ਤਿੱਤ ਦੇ ਵਿੱਚ ਇੱਕ ਭਾਂਡਾ ਤਿਆਰ ਕਰਨਾ। ਆਪਾਂ ਉੱਪਰ ਭਾਂਡਾ ਤੇ ਤਿਆਰ ਕੀਤਾ ਜਿਹੜੀ ਆਪਾਂ ਭਗਤੀ ਕਰਨੀ ਹੈ, ਐਰਨ ਵਰਤੀ ਆ, ਮੱਤ ਦਾ ਵੇਦ ਮੱਤ ਵਰਤਣੀ ਆ। ਫਿਰ ਉੱਥੇ ਵੇਦ ਜਿਹੜੇ ਹੈਗੇ ਉਹਨਾਂ ਨੂੰ ਹਥਿਆਰਾਂ ਦੀ ਤੌਰ ਤੇ ਵਰਤਣਾ ਹੈ। ਫਿਰ ਤੇਰੇ ਅੰਦਰ ਇੱਕ ਭਾਂਡਾ ਤਿਆਰ ਹੋਊਗਾ। ਕੋਈ ਸ਼ੁਭ ਗੁਣਾਂ ਨੂੰ ਸਾਂਭਣ ਦੇ ਲਈ ਕੋਈ ਬਰਤਨ ਵੀ ਚਾਹੀਦਾ ਨਾ। ਔਗਣਾਂ ਨੂੰ ਸਾਂਭਣ ਵਾਸਤੇ ਕਿਸੇ ਬਰਤਨ ਦੀ ਲੋੜ ਨਹੀਂ ਹੁੰਦੀ। ਔਗਣ ਜਿਹੜੇ ਹੁੰਦੇ ਆ ਔਗਣ ਤੇ ਉਹਦੇ ਉਹਨਾਂ ਨੂੰ ਕੋਈ ਬਰਤਨ ਦੀ ਲੋੜ ਨਹੀਂ ਹੁੰਦੀ। ਪਰ ਜਿਹੜੀ ਚੰਗੀ ਚੀਜ਼ ਹੁੰਦੀ ਹੈ ਨਾ ਉਹਨੂੰ ਸਾਂਭਣ ਵਾਸਤੇ ਕੰਟੇਨਰ ਚਾਹੀਦਾ। ਉਹ ਕੰਟੇਨਰ ਜਿਹੜਾ ਹੈ ਉਹ ਸਾਡੇ ਅੰਤਰਾਕਰਨ 'ਚ ਹੈ ਔਰ ਉਹ ਹੈ ਸਾਡਾ ਆਪਣੀ ਹੋਂਦ, ਜਿਹੜੀ ਸਾਡੀ ਆਤਮਾ ਹੈ। ਜਦੋਂ ਸੁਰਤੀ ਉੱਤੇ ਪਹੁੰਚ ਜਾਂਦੀ ਹੈ ਅਸੀਂ ਹਰ ਦਿਨ ਆਪਣੇ ਅੰਦਰ ਪ੍ਰਵੇਸ਼ ਕਰਦੇ ਹਾਂ ਔਰ ਆਪਣੀ ਸੁਰਤੀ ਨੂੰ ਉਸ ਤੁਰੀ ਅਵਸਥਾ 'ਚ ਲੈ ਕੇ ਜਾਂਦੇ ਹਾਂ। ਬਾਰ-ਬਾਰ ਖੜਦੇ ਹਾਂ, ਵਿਚਾਰ ਆਉਂਦਾ ਸੁਰਤੀ ਨੂੰ ਬਾਹਰ ਕੱਢ ਲੈਂਦਾ। ਆਪਾਂ ਹੌਸਲਾ ਨਹੀਂ ਛੱਡਦੇ, ਸੁਨਿਆਰੇ ਨੂੰ ਫੇਰ ਤੁਰ ਪੈਂਦੇ। ਇੱਕ ਦੋ ਵਾਰੀ ਨਾਗ ਨਹੀਂ ਲੱਗਦਾ, ਕੋਈ ਗੱਲ ਟੈਨਸ਼ਨ ਵਾਲੀ ਕਿਹੜੀ ਗੱਲ। ਕੋਈ ਸੁਨਿਆਰਾ ਥੋੜੀ ਕੀਤਾ ਕਿ ਹਾਰਾ ਬਣਾਉਣਾ ਬੰਦ ਕਰ ਦੇਣਾ, ਉਹ ਲੱਗਾ ਰਹਿੰਦਾ। ਨਿੱਕੇ ਨਿੱਕੇ ਟੈਂਕੇ ਲਾਈ ਜਾਂਦਾ ਔਰ ਇੱਕ ਸਮਾਂ ਆਉਂਦਾ ਹੈ ਹਜ਼ਾਰਾਂ ਹੀ ਟੈਂਕੇ ਲਾਉਂਦਾ ਤੇ ਕਿੰਨੀ ਖੂਬਸੂਰਤ ਵੇਖਿਆ ਨਾ ਕਿ ਚੇਨ ਤਿਆਰ ਕਰ ਦਿੰਦਾ। ਉਸੇ ਹੀ ਤਰ੍ਹਾਂ ਜਿਹੜਾ ਹੈ ਇਹ ਵੀ ਧਿਆਨ ਸਿਮਰਨ ਹੈ। ਔਰ ਸੁਰਤੀ ਜਦੋਂ ਆਪਾਂ ਅੰਦਰ ਖੜਦੇ ਹਾਂ ਉਹ ਕਈ ਵਾਰੀ ਮੋਤੀ ਬਾਹਰ ਵੀ ਆ ਜਾਂਦਾ ਹੈ, ਬਾਹਰ ਆ ਜਾਂਦੀ ਹੈ ਔਰ ਉਸ ਟਾਈਮ ਤੇ ਸੁਨਿਆਰੀ ਵਾਂਗੂ ਆਪਾਂ ਲਗਾਤਾਰ ਉਸ ਦਿਸ਼ਾ ਦੇ ਵੱਲ ਗਤੀ ਕਰਦੇ ਹਾਂ ਔਰ ਕਰੀ ਜਾਂਦੇ ਹਾਂ ਤਾਂ ਸਾਡਾ ਕੰਮ ਰੂਪ ਆ ਜਾਂਦਾ। ਹਾਂਜੀ ਨਿਜਲ ਸਾਹਿਬ। ਜਿनको ਨਦਰ ਘੜੀਏ ਸ਼ਬਦ ਸੱਚੀ ਟਕਸਾਲ, ਕਹਿੰਦੇ ਸ਼ਬਦ ਦੀ ਟਕਸਾਲ ਇਸ ਤਰੀਕੇ ਦੇ ਨਾਲ ਘੜੀ ਜਾਂਦੀ ਹੈ। ਭਾਈ ਸ਼ਬਦ ਦੇ ਸਿੱਕੇ, ਸ਼ਬਦ ਦਾ ਨਾਮ ਦਾ ਧਨ ਇਸ ਤਰ੍ਹਾਂ ਇਕੱਠਾ ਹੁੰਦਾ ਹੈ। ਹਾਂਜੀ ਟਕਸਾਲ ਦਾ ਮਤਲਬ ਹੈਗਾ ਜੀ ਜਿੱਥੇ ਪੈਸੇ ਬਣਦੇ। ਸਹੀ ਹੈ ਬਿਲਕੁਲ। ਉਹ ਕਹਿੰਦੇ ਘੜੀਏ ਸ਼ਬਦ ਸੱਚੀ ਟਕਸਾਲ। ਫਿਰ ਇਸ ਤਰੀਕੇ ਨਾਲ ਇੱਕ ਐਸੀ ਟਕਸਾਲ ਤਿਆਰ ਹੋ ਜਾਂਦੀ ਹੈ ਸਾਡੇ ਅੰਦਰ। ਉਹ ਟਕਸਾਲ ਤੋਂ ਭਾਵ ਜਿਹਦੇ ਚ ਚੰਗੇ ਗੁਣ ਜਿਹੜੇ ਨੇ ਬਣਦੇ ਨੇ ਮੁੜ ਕੇ ਸਾਡੇ ਅੰਦਰ ਉਪਜਦੇ ਨੇ ਸਾਡੇ ਅੰਦਰ। ਉਹ ਐਸਾ ਹੀ ਗੁਣਾਂ ਦਾ ਖਜ਼ਾਨਾ ਬਣ ਜਾਂਦੇ ਆ ਔਰ ਸਾਨੂੰ ਜਿਹੜੀ ਆ ਦੇਵਤਾ ਬੁੱਧੀ ਪ੍ਰਾਪਤ ਹੋ ਜਾਂਦੀ, ਦੇਵ ਪੁਰਸ਼ ਹੋ ਜਾਂਦੇ ਆ। ਦੇਵਤੇ ਦਾ ਭਾਵ ਦੇਣਾ, ਦੇਵਤੇ ਦਾ ਭਾਵ ਦੇਣਾ ਉਹ ਕੀ ਵੰਡਦਾ ਹੈ ਕਿ ਆਮ ਸਧਾਰਨ ਬੰਦਾ ਹੈ ਚੀਨਾ ਚੱਪੀ ਕਰਦਾ ਔਰ ਫਿਰ ਸਾਡੇ ਕੋਲ ਕਹੀਂ ਬੇਸ਼ੱਕ ਜਿੱਦਾਂ ਦੇ ਮਰਜ਼ੀ ਆ ਪਰ ਸਾਡੇ ਅੰਦਰ ਏਦਾਂ ਦਾ ਭਾਵ ਹੋਊਗਾ ਵੰਡਿਆ ਜਾਵੇ। ਠੀਕ ਹੈ ਨਾ ਜੈਸਾ ਜਿਨ ਕੋ ਨਦਰ ਕਰਮ ਤਿਨਕਾਰ, ਕਹਿੰਦੇ ਆ ਜਿਹੜੀ ਕਾਰ ਹੈਗੀ ਆ ਇਹ ਸਭ ਤੋਂ ਜਿਹੜੀ ਹੈਗੀ ਜੀ ਜਿਹੜੀ ਹੈ ਸਭ ਤੋਂ ਪਵਿੱਤਰ ਕਾਰ ਜਿਹੜੀ ਹੈਗੀ ਉਹਨਾਂ ਨੂੰ ਮਿਲਦੀ ਆ ਜਿਨ੍ਹਾਂ ਦੇ ਉੱਤੇ ਮਾਲਕ ਪਰਮਾਤਮਾ ਦੀ ਨਜ਼ਰ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਜ਼ਰ ਨਿਹਾਲ। ਉਹ ਫਿਰ ਉਹ ਮਾਲਕ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਨਿਹਾਲੋ ਨਿਹਾਲ ਹੋ ਜਾਂਦੇ ਆ ਕਿਉਂਕਿ ਉਹਨਾਂ ਨੇ ਜੋ ਮਾਲਕ ਪਰਮਾਤਮਾ ਨੇ ਜਿਹੜੀ ਖੇਡ ਪਾਈ ਸੀਗੀ, ਜੋ ਮਾਲਕ ਨੇ ਜਿਹੜਾ ਹੈਗਾ ਜੋ
ਜੋ ਜੋ ਦੁਨੀਆ ਦੇ ਵਿੱਚ ਜੋ ਉਹਨਾਂ ਨੂੰ ਜਿਹੜਾ ਹੈਗਾ ਹੁਕਮ ਸੀਗਾ, ਨਾਲ ਮਾਲਕ ਦਾ ਉਹਨਾਂ ਨੇ ਹੁਕਮ ਕਮਾਇਆ ਔਰ ਮਾਲਕ ਦੇ ਅਨੁਸਾਰ ਜਿਹੜਾ ਹੈਗਾ ਉਹਨਾਂ ਨੇ ਇਹ ਜੀਵਨ ਗੁਜ਼ਾਰਿਆ ਆਪਣਾ, ਤੇ ਉਹਨਾਂ ਨੂੰ ਫਿਰ ਮਾਲਕ ਦੀ ਪੂਰੀ ਜਿਹੜੀ ਹੈਗੀ ਮਾਲਕ ਜਿਹੜਾ ਹੈਗਾ ਆਪਣਾ ਸਾਰਾ ਕੁਝ ਉਹਨਾਂ ਨੂੰ ਦੇ ਦਿੰਦਾ ਹੈ। ਭਾਵੇਂ ਬੂੰਦ ਸਾਗਰ ਦੇ ਵਿੱਚ ਚਲੀ ਗਈ ਤੇ ਮਾਲਕ ਪਰਮਾਤਮਾ ਦਾ ਸਾਰਾ ਇਹ ਮਾਇਆ ਜਿਹਦੇ ਪਿੱਛੇ ਆਪਾਂ ਜਿਹੜੇ ਤਰਲੋ ਮੱਛੀ ਹੋ ਰਹੇ ਉਹ ਸਾਰੀ ਮਾਇਆ ਤਾਂ ਉਸ ਮਾਲਕ ਪਰਮਾਤਮਾ ਦੀ ਬਣਾਈ ਹੈ, ਤੇ ਉਹੀ ਉਹ ਸਾਰੀ ਜਿਹੜੀ ਆ ਉਹ ਬੂੰਦ ਜਿਹੜੀ ਸਾਗਰ ਦੇ ਵਿੱਚ ਗਈ ਹੈ, ਮਾਲਕ ਦਾ ਤੇ ਉਹਦਾ ਦੋਨਾਂ ਦਾ ਅਕਾਊਂਟ ਇੱਕੋ ਹੀ ਹੋ ਜਾਂਦਾ ਹੈ ਭਾਈ, ਦੋਨੋਂ ਇੱਕ ਹੀ ਹੈਗੇ ਫਿਰ। ਹਾਂਜੀ ਹਾਂਜੀ, ਕਹਿੰਦੇ ਜਿनको ਨਦਰੀ ਨਦਰ जिनको नदर करम तिनकार नानक नदरी नगर निहाल। ਤੇ ਦੇਖੋ ਜਿਹੜਾ ਵੀ ਜੀਵ ਹੈ, ਦੇਖੋ ਜੀਵ ਹੀ ਆ, ਜਿੰਨਾ ਚਿਰ ਤੱਕ ਔਗਣਾਂ ਦੇ ਵਿੱਚ ਗ੍ਰਸਤ ਹੈ ਤੇ ਜੀਵ ਹੈ। ਤੇ ਜਦੋਂ ਜੀਵ ਆ ਉੱਪਰਲਾ ਕੰਮ ਕਰਦਾ, ਆਪਾਂ ਉਹਦੇ ਵਿੱਚ ਆ ਕੇ ਆਰਨ ਜਿਹੜਾ ਮੱਧ ਵੇਦ ਹਥਿਆਰ ਵਰਤਦਾ ਤੇ ਸੁਨਿਆਰੀ ਵਾਂਗੂ ਲਗਾਤਾਰ ਲੱਗਾ ਰਹਿੰਦਾ। ਉਹਦੇ ਤੋਂ ਹੋਰ ਵੇਖੋ ਉੱਪਰ ਜੱਤ ਪਹਾੜਾ ਧੀਰਜ ਸੁਨਿਆਰ ਜੱਤ ਰੱਖਦਾ, ਵਿਚਾਰ ਤੇ ਆ ਗਿਆ ਪਰ ਔਗਣ ਚ ਨਹੀਂ ਜਾਂਦਾ, ਤੇ ਉਹ ਵੇਖ ਲਓ ਸਾਰਾ ਕੰਮ ਰੋਕ ਆ ਜਾਂਦਾ, ਉਹਦੇ ਚ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਇਹ ਜਦੋਂ ਆਪਾਂ ਕ੍ਰਾਈਟੇਰੀਆ ਪੂਰਾ ਕਰ ਦਿੰਦੇ ਹਾਂ ਤਾਂ ਅਸੀਂ ਪਰਮਾਤਮਾ ਨੂੰ ਚੰਗੇ ਲੱਗਣ ਡੈ ਪਏ, ਤੇ ਪਰਮਾਤਮਾ ਵੀ ਸਾਡੀ ਫਿਰ ਮਦਦ ਕਰਦਾ ਹੈ ਤੇ ਸਾਨੂੰ ਮੁਕਤ ਕਰ ਦਿੰਦਾ, ਸਾਡੇ ਝੋਲੀ ਚ ਅੰਮ੍ਰਿਤ ਪਾ ਦਿੰਦਾ। ਜਦੋਂ ਅੰਮ੍ਰਿਤ ਪੈ ਜਾਂਦਾ ਹੈ ਤੇ ਸਾਨੂੰ ਗੁਣਾਂ ਦਾ ਖਜ਼ਾਨਾ ਮਿਲ ਜਾਂਦਾ, ਪਰ ਸਾਡੇ ਤੇ ਟਕਸਾਲ ਪੈਦਾ ਹੋ ਜਾਂਦੀ ਹੈ। ਜਿਹੜੇ ਔਗਣ ਸੀ ਉਹ ਔਗਣ ਨਸ਼ਟ ਹੋ ਜਾਂਦੇ ਆ, ਉਹ ਗੁਣਾਂ ਚ ਪਰਿਵਰਤਨ ਹੋ ਜਾਂਦੇ। ਹਾਂਜੀ ਨਿਸ਼ਚਲ ਸਾਹਿਬ। ਹਾਂਜੀ ਬੇਟੀ, ਅੱਗੇ ਸ਼ਲੋਕ ਆ ਗਿਆ ਜੀ। ਇਹ ਸ਼ਲੋਕ ਜਿਹੜਾ ਹੈਗਾ ਪਹਿਲਾਂ ਵੀ ਸ਼ਲੋਕ ਸੀਗਾ ਤੇ ਹੁਣ ਵੀ ਸ਼ਲੋਕ ਹੈਗਾ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਪਵਨ ਜਿਹੜੇ ਹੈਗੇ ਆ, ਸਵਾਸ ਜਿਹੜੇ ਹੈਗੇ, ਪ੍ਰਾਣ ਜਿਹੜੇ ਹੈਗੇ ਆ, ਇਹ ਆਪਣੇ ਸਰੀਰ ਦੇ ਵਾਸਤੇ ਇਸ ਤਰ੍ਹਾਂ ਹੈਗਾ ਕਿ ਜਿਵੇਂ ਜਿਹੜਾ ਹੈਗਾ ਗੁਰੂ ਹੈਗਾ, ਗੁਰੂ ਜਿਹੜਾ ਹੈਗਾ ਗਾਈਡ ਬ੍ਰਹਮ ਗਿਆਨ, ਜਿਸ ਤਰ੍ਹਾਂ ਆਤਮਾ ਦੇ ਵਾਸਤੇ ਆਤਮਾ ਨੂੰ ਜਿਹੜਾ ਹੈਗਾ ਆਤਮਾ ਵੱਲ ਨੂੰ ਜੇ ਆਪਾਂ ਨੇ ਗਤੀ ਕਰਨੀ ਹੈ ਤੇ ਆਪਾਂ ਨੂੰ ਗੁਰੂ ਚਾਹੀਦਾ ਹੈ। ਵੈਸੇ ਸੰਸਾਰ ਵੱਲ ਨੂੰ ਗਤੀ ਚਾਹੀਦੀ ਹੈ ਤਾਂ ਵੀ ਆਪਾਂ ਨੂੰ ਗੁਰੂ ਚਾਹੀਦਾ ਹੈ। ਜੇ ਕੋਈ ਇੰਜੀਨੀਅਰ ਡਾਕਟਰ ਬਣਨਾ ਹੈ ਕਿਸੇ ਨੇ ਤੇ ਉਹਨੂੰ ਗੁਰੂ ਚਾਹੀਦਾ ਹੈ ਭਾਈ। ਐਸੇ ਤਰੀਕੇ ਦੇ ਨਾਲ ਜਦ ਆਪਾਂ ਨੇ ਉਹ ਆਤਮਾ ਵੱਲ ਨੂੰ ਲਿਜਾਣੀ ਹੈ ਤੇ ਗਿਆਨ ਚਾਹੀਦਾ ਉਹਨੂੰ। ਕਹਿੰਦੇ ਪਵਨ ਗੁਰੂ, ਇਹ ਪਵਨ ਜਿਹੜਾ ਹੈਗਾ ਪ੍ਰਾਣ ਸ਼ਕਤੀ ਜਿਹੜੀ ਹੈਗੀ ਆ ਇਸ ਤਰੀਕੇ ਦੇ ਨਾਲ ਹੈਗਾ ਜਿਵੇਂ ਜਿਹੜਾ ਹੈਗਾ ਗੁਰੂ ਹੈਗਾ ਆਤਮਾ ਦੇ ਵਾਸਤੇ। ਕਿਉਂਕਿ ਜੋ ਵੀ ਗਿਆਨ ਆਉਣਾ ਹੈ ਆਪਾਂ ਨੂੰ ਉਹ ਜਿਹੜਾ ਹੈਗਾ ਇਹ ਹਵਾ ਦੇ ਨਾਲ ਹੀ ਆਪਾਂ ਨੂੰ ਗਿਆਨ ਮਿਲਣਾ ਹੈ। ਕਿਸੇ ਨੇ ਗਿਆਨ ਦੇਣਾ ਹੈ ਉਹ ਵੀ ਆਪਾਂ ਨੂੰ ਜਿਹੜਾ ਹੈਗਾ ਬੋਲ ਕੇ ਹੀ ਆਊਗਾ ਗਿਆਨ ਜਿਹੜਾ ਕੋਈ ਹੱਥ ਦਾ ਜਿਹੜਾ ਸਿਰ ਤੇ ਹੱਥ ਰੱਖਣ ਦੇ ਨਾਲ, ਜਾਦੂ ਦੀ ਛੜੀ ਰੱਖਣ ਦੇ ਨਾਲ ਗਿਆਨ ਤਾਂ ਆਪਾਂ ਨੂੰ ਆਉਣਾ ਨਹੀਂ ਹੈ। ਪਵਨ ਗੁਰੂ ਪਾਣੀ ਪਿਤਾ, ਪਾਣੀ ਜਿਹੜਾ ਹੈਗਾ ਪਿਤਾ ਹੈਗਾ ਕਿਉਂਕਿ ਪਾਣੀ ਦੇ ਨਾਲ ਹੀ ਸਾਰੀ ਜਿਹੜੀ ਹੈਗੀ ਸੰਸਾਰ ਦੇ ਜੀਵ ਹੈਗੇ ਆ, ਸਾਰੀ ਰਚਨਾ ਜਿਹੜੀ ਹੈਗੀ ਸਾਰੀ ਪਾਣੀ ਦੇ ਨਾਲ ਹੈ, ਸਾਰੀ ਬਨਸਪਤੀ ਸਾਰੀ ਦੀ ਸਾਰੀ ਪਾਣੀ ਦੇ ਨਾਲ ਹੈ। ਔਰ ਧਰਤੀ ਮਾਤਾ ਧਰਤ ਮਹਤ, ਮਾਤਾ ਜਿਹੜੀ ਹੈਗੀ ਧਰਤੀ ਹੈਗੀ ਹੈ ਜਿਹਦੇ ਵਿੱਚ ਸਾਰੀ ਦੀ ਸਾਰੀ ਪੈਦਾਵਾਰ ਹੋ ਰਹੀ ਹੈ। ਧਰਤੀ ਨੇ ਜਿਹੜਾ ਹੈਗਾ ਸਾਰਾ ਜਿਹੜਾ ਹੈਗਾ ਦੇਖ ਰੇਖ ਜਿਹੜੀ ਕਰਨੀ ਆ, ਔਰ ਉਹ ਸਾਰਾ ਜਿਹੜਾ ਧਰਤੀ ਦੇ ਵਿੱਚ ਹੀ ਹੋਣਾ। ਧਰਤੀ ਨੇ ਜਿਹੜਾ ਹੈਗਾ ਦੇਖ ਲਓ ਮਾਂ ਨੇ ਜਿਹੜਾ ਹੈਗਾ ਸਾਰਾ ਜਿਹੜੀ ਗੰਦਗੀ ਵੀ ਧਰਤੀ ਨੇ ਸਮੇਟ ਲੈਣੀ ਆ, ਸਾਰਾ ਜਿਹੜਾ ਪੈਦਾਵਾਰ ਵੀ ਧਰਤੀ ਨੇ ਕਰਨੀ ਹੈ ਸਾਰੀ ਦੀ ਸਾਰੀ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਕਹਿੰਦੇ ਦਿਨ ਔਰ ਰਾਤ ਜਿਹੜੇ ਹੈਗੇ ਇਹ ਦੋ ਐਵੇਂ ਹੈਗੇ ਜਿਵੇਂ ਖੜਾਵੇ ਹੈਗੇ ਆ। ਜਿਸ ਤਰ੍ਹਾਂ ਕੋਈ ਦਿਨ ਔਰ ਰਾਤ ਦਿਨ ਔਰ ਰਾਤ ਦੇ ਵਿੱਚ ਜਿਹੜੇ ਹੈਗੇ ਆ ਜੀਵ ਜਿਹੜੇ ਹੈਗੇ, ਸਾਰਾ ਸੰਸਾਰ ਜਿਹੜਾ ਹੈਗਾ ਇਹ ਦਿਨ ਔਰ ਰਾਤ ਦੇ ਵਿੱਚ ਜਿਹੜੇ ਹੈਗੇ ਸਾਰੇ ਜੀਵ ਇਹ ਸੰਸਾਰ ਦੀ ਖੇਡ ਜਿਹੜੀ ਹੈ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਹੁਕਮ ਦੇ ਵਿੱਚ ਇਹ ਇਸ ਤਰ੍ਹਾਂ ਦਿਨ ਔਰ ਰਾਤ ਦੇ ਵਿੱਚ ਚੱਲ ਰਹੀ ਹੈ। ਸਾਰੀ ਦੁਨੀਆ ਨੂੰ ਜਿਵੇਂ ਜਿਹੜੇ ਜੀਵਾਂ ਨੂੰ ਇਹ ਦਿਨ ਔਰ ਰਾਤ ਖੜਾ ਰਹੇ ਆ।
खेले सगल जगत, सारा जगत यही खेड खेड रहा है मालक परमात्मा की जिस तरह वह हुक्म है उस तरीके दे नाल। ते हो की रहा है ये नाल, फाइनल रिजल्ट की हैगा इहदा? कहते चंगियाइयां बुरियाइयां वाचा है धर्म हदूर। कहते भाई जिहड़ा समा तैनूं ये दुनिया दे विच आए आ, इत्थे जिहड़ा हैगा धर्मखंड दे विच जो कुछ भी तू करेगा भावें चंगा कर ला भावें मंदा कर ला, चंगियाइयां बुरियाइयां वाचा है धर्म हदूर। कहते तेरियां जिहड़ियां हैगियां दोनों दे दोनों चीज़ां धर्मराज जिहड़ा हैगा इन्हें वाचनियां है भाई। मालक परमात्मा ने धर्मराज बिठाया, ये सारी खेड नूं जिहड़ा हैगा पूरी दी पूरी खेड जिहड़ी हैगी आ वो उन्हां दी जिहड़ी हैगी आ निगरानी दे विच हो रही है। और तेरे सारे चंगे और मंदे कर्म जिहड़े हैगे ये पूरी तरह ऑब्जर्व किए जा रहे हैं, वाचे जाणगे। इहदे अनुसार जिहड़ा हैगा तैनूं जिहड़ा हैगा फ्रूट मिलना है भाई, क्योंकि अगे तेरे ਉਹੀ कुछ आना है जो तू बीजिया हैगा। चंगियाइयां बुरियाइयां वाचा धर्म हदूर, करमी आपो अपनी के नेड़ा के दूर। अपनी अपनी एक्शन है, अपने अपने कर्म हैगे भाई। कोई नेड़े हो जाता है जिन्हें ध्यान सिमरन किया है, नाम बीजिया है, नेड़े हो जाएगा मालक परमात्मा दे। और कई जिहड़े हैगे आ बहुत दूर चले जाते हैं, बहुत नीवियां जूनां दे विच चले जाते हैं। कहते कर्म ही आपो अपनी कर्म है भाई, ये मालक परमात्मा कुछ नहीं कर रहा, चॉइस हैगी अपनी अपनी। जो बीजिया है मालक ने सारा कुछ अवेलेबल किया है, जिहड़ा जो बीजदा है वही उन्होंने खाण नूं मिलदा है। कर्मी आपो अपनी के नेड़ा के दूर, जिन्नी नाम ते आया गए मशक्कत का हाल। जिन्हों ने नाम ते आना किया, जिन्हों ने नाम की फसल बीजी, कहते वो तो अपनी मेहनत जिहड़ी करके घालना करके सफल घालना करके जिहड़े हैगे इस संसार की खेड नूं जिहड़ा हैगा चंगी तरह खेड के जित के चले जाते हैं। जिन्नी नाम ते आया गए मुशक्कत काल, नानक ते मुख उजले खेती छुट्टी नाल। कहते वो मुख जिहड़े हैगे उजले हो जाते हैं और मालक की दरगाह दे विच लोक परलोक दे विच, और उन्हां दी गाइडेंस दे नाल उन्हां दे अनुसार जिहड़ा उन्हां तो ज्ञान लैके कई जिहड़े हैगे होर भी छुट जाते हैं। नानक ते मुख उजले, एक जगह होर ये श्लोक आउंदा है उहदे विच होर लिखिया होया नानक ते मुख उजले होर केती छुट्टी नाल। इस तरह भी आउंदा है भी होर बथेरे जिहड़े हैगे छुट जाते हैं। हाँ जी वीर जी, ये आपां श्लोक पवन गुरु पानी पिता माता धरत महत, दिवस रात दुइदाई दाया खेल सगल जगत। हाँ जी हाँ जी बिल्कुल ठीक है जी। पवन गुरु कहते कि पवन का मतलब दो इत्थे हैगे ने, एक ते प्राण भी हुंदा, एक हवा हुंदी। जब तक अपने अंदर प्राण जाते हैं तब तक ਆਪਾਂ ਜਿੰਦਾ। बिल्कुल ਜਦੋਂ प्राण खत्म हो गए नाली सत श्री अकाल। अगले कहते 3-4 घंटे ਜਿਹਨੂੰ ਲੈ ਜਾਓ ਸ਼ਮਸ਼ਾਨ ਘਾਟ, ਕੰਮ ਨਿਬੜ ਗਿਆ। जब तक पवन हैगी है सारे साडे इलाके ने, ਜਦੋਂ पवन ਦਾ ਕਨੈਕਸ਼ਨ ਟੁੱਟ ਗਿਆ ਭਾਵੇਂ ਤੁਸੀਂ ਮਿਲੀਅਨ ਡਾਲਰ ਦੇ ਮਾਲਕ ਜੋ, ਤੁਹਾਡੇ ਘਰਦਿਆਂ ਨੇ ਤੁਹਾਡੇ ਤੋਂ ਡਰਨਾ ਸ਼ੁਰੂ ਕਰ ਦੇਣਾ। ਤੁਹਾਡੇ ਕੱਪੜੇ ਚੁੱਕ ਕੇ ਬਾਹਰ ਸੁੱਟਣਗੇ, ਮੰਜਾ ਵੀ ਚੁੱਕ ਕੇ ਬਾਹਰ, ਜੋ ਤੁਸੀਂ ਸਮਾਨ ਵਰਤਦੇ ਨਾ ਕਹਿਣਾ ਵੀ ਇਹ ਭੂਤ ਆ ਗਿਆ। ਇਹੋ ਹੀ ਨਿਯਮ ਹੈ ਸ਼ੁਰੂ ਤੋਂ, ਇਹੋ ਹੀ ਨਿਯਮ, ਏਦਾਂ ਹੀ ਸੰਸਾਰ ਚੱਲਦਾ ਹੈ। तो पवन जब तक हैगी है तब तक के काम किया जा सकता है, और जब तक पवन चलती पई है बहुत सुथरा मौका है। और इस शरीर का बड़ा बड़ा रोल है। जेकर तुसीं 1 घंटा अपने शरीर लिए नहीं ना कट सकते तो समझ लो कि तुसीं डॉक्टरां को जाण लई समा कटना शुरू कर देना बड़ी छेती। फिर तुहानूं हॉस्पिटलां 'च धक्के खाने पैणे। एक सिंपल जी गल याद रखनी, जिहड़ा बंदा अपने शरीर लिए घंटा नहीं कट सकता वो समझ लो कि एक थोड़ा सच है, तैयारी है बस थोड़े ही समय बाद कि फिर जेडे पवन है जेडे चलते पे बड़े सोहने मुड़ के ना खराबी करनी शुरू कर देनी।
ਪਰ ਫਿਰ ਸਾਨੂੰ ਹਸਪਤਾਲਾਂ ਕੋਲ ਧੱਕੇ ਖਾਣੇ ਪੈਣੇ, ਉਹਨਾਂ ਡਾਕਟਰਾਂ ਕੋਲ ਜਾਣਾ ਪਊਗਾ, ਉੱਥੇ ਲੱਭੀਆਂ ਲਿਖੀਆਂ ਲੈਣਾ, ਐਸੇ ਐਸੇ ਲੋਕਾਂ ਦੇ ਨਾਲ ਬਹਿਣਾ ਪੈਣਾ ਜਿਹੜੇ ਬਿਮਾਰੀਆਂ ਦੇ ਨਾਲ ਪੀੜਤ ਹੈ। ਤੇ ਜਦ ਕਿ ਇਸ ਚੀਜ਼ ਨੂੰ ਆਪਾਂ ਰੋਕ ਸਕਦੇ ਹਾਂ, ਕੇਵਲ 1 ਘੰਟਾ ਆਪਣੇ ਸਰੀਰ ਨੂੰ ਦਇਆ ਕਰੋ, ਇਹਦੀ ਕਦਰ ਕਰਿਆ ਕਰੋ। ਇਹ ਜੰਤਰ ਤੋਂ ਇਹ ਜੰਤਰ ਨੂੰ ਸਾਂਭਣਾ ਹੈ, ਆਪਾਂ ਚੰਗਾ ਖਾਣਾ ਹੈ, ਚੰਗਾ ਪੀਣਾ ਹੈ, ਤਾਂ ਜੋ ਇਹ ਜਿਹੜੀ ਪਵਨ ਅੰਦਰ ਜਾਵੇ ਤਰੀਕੇ ਨਾਲ। ਜਦੋਂ ਪਵਨ ਅੰਦਰ ਜਿਹੜੇ ਸਾਡੇ ਪ੍ਰਾਣ ਸਹੀ ਤਰ੍ਹਾਂ ਨਹੀਂ ਨਾ ਚੱਲਦੇ, ਤੇ ਸਾਡੇ ਸਰੀਰ 'ਚ ਹੌਲੀ ਹੌਲੀ ਕਰਕੇ ਦੁੱਖ ਆਉਣੇ ਸ਼ੁਰੂ ਹੋ ਜਾਂਦੇ ਆ। ਜਿਹੜੇ ਪ੍ਰਾਣ ਹੀ ਆ, ਜਿਹੜੀ ਆਪਾਂ ਜਿਹੜੀ ਐਨਰਜੀ ਵਰਤਨੇ ਵੀ ਤੇ ਪ੍ਰਾਣ ਹੀ ਹੈਗੇ। ਤੇ ਜਿਹੜਾ ਆਪਾਂ ਕੰਮ ਕਰਾਉਂਦੇ ਆ ਨਾ, ਇਹ ਪ੍ਰਾਣ ਤੋਂ ਤੇ ਲੈਣੇ ਮਦਦ ਨਾਮ। ਜਦੋਂ ਆਪਾਂ ਦੀ ਕਦਰ ਨਹੀਂ ਨਾ ਕਰਦੇ ਸਰੀਰ ਦੀ, ਫਿਰ ਸਰੀਰ ਹੌਲੀ ਹੌਲੀ ਤੇਰਾ ਬਹਿ ਹੀ ਜਾਂਦਾ। 1 ਦਿਨ 2 ਦਿਨ 4 ਦਿਨ 5 ਦਿਨ ਸਾਲ 2 ਸਾਲ 20 25 ਸਾਲ 30 ਸਾਲ ਜਦੋਂ ਉਹਨੇ ਵਿਚਾਰੇ ਨੂੰ ਪਰਵਾਹ ਨਹੀਂ ਕਰਨੀ, ਜੋ ਗੰਦ ਮੰਦ ਸੁੱਟੀ ਜਾਣੇ ਦੇ ਅੰਦਰ, ਜੋ ਤਲੀਆਂ ਚੀਜ਼ਾਂ, ਨਾ ਇਹਨੂੰ ਚੰਗੀ ਤਰ੍ਹਾਂ ਸਾਂਭਣਾ, ਨਾ ਚੰਗੀ ਤਰ੍ਹਾਂ ਇਹਨੂੰ ਨੀਂਦ ਦੇਣੀ। ਇਹਨੂੰ ਤੇ ਮਸ਼ੀਨ ਹੈ ਵਿਚਾਰੀ ਹੈ। ਮੁੜ ਫਿਰ ਰੱਬ ਨੂੰ ਕਹੀ ਜਾਣਾ ਕਿ ਪੁਰਜਾ ਖਰਾਬ ਹੋ ਗਿਆ, ਮੇਰਾ ਪੁਰਜਾ ਖਰਾਬ ਕਰਤਾ। ਰੱਬ ਕਹਿੰਦਾ ਜਿਹੜੇ ਤੂੰ ਇਹਨੇ ਪਰੌਂਠੇ ਖਾਧੇ, ਉਹ ਕਿੰਨੇ ਖਾਧੇ? ਮੈਂ ਥੋੜੀ ਖਾਧੇ। ਮੇਜਰ ਸਾਹਿਬ, ਰੱਬ ਕਹਿੰਦਾ ਕਿ ਪਰੌਂਠੇ ਦੇ ਤੂੰ ਖਾਧੇ ਨੇ, ਸਵਾਦਾਂ ਨਾਲ ਪਕੌੜੇ ਮੈਂ ਥੋੜੀ ਖਾਧੇ। 60-70% ਲੋਕ ਜਿਹੜੇ ਬਿਮਾਰ ਨੇ, ਉਹ ਦਿਲ ਦੀਆਂ ਬਿਮਾਰੀਆਂ ਕਰਕੇ ਨੇ। ਦਿਲ ਦੇ ਵਿੱਚ ਵਿਚਾਰੇ ਦਿਲ ਵੀ ਕਿੰਨਾ ਕੁ ਪੰਪ ਕਰੇ, ਉਹ ਦਿਲ ਵੀ ਕਹਿੰਦਾ ਕਿ ਜਿਹੜਾ ਬੰਦਾ ਜਿਹਦੇ ਸਰੀਰ ਤੇ ਲੱਗਾ ਹੈ, ਤੇ ਲੱਗਦਾ ਮੇਰੇ ਤੋਂ ਬਦਲੇ ਲੈਣ ਦਿਆ, ਇਹ ਮੇਰੇ ਤੋਂ ਲੱਗਦਾ ਇਹਦਾ ਮੈਂ ਕੁਝ ਦੇਣਾ। ਸਰੀਰ ਸਮਝ ਲਓ ਤੁਹਾਡਾ ਨਾ ਕੁਝ ਵਿਚਾਰਾ ਦੇ ਨਹੀਂ ਰਿਹਾ ਕੁਝ। ਬੰਦਾ ਸਾਰੇ ਕੰਮ ਕਰਦਾ, ਪਰ 1 ਘੰਟਾ ਆਪਣੇ ਸਰੀਰ ਲਈ ਨਹੀਂ ਕੱਢਦਾ। ਇਹ ਕੀਤਾ ਉਦੋਂ ਹੁੰਦਾ ਜਦੋਂ ਸਰੀਰ 'ਚ ਕੋਈ ਨੁਕਸ ਪੈ ਜਾਂਦਾ, ਕੋਈ ਪੁਰਜਾ ਖਰਾਬ ਹੋ ਜਾਂਦਾ, ਫਿਰ ਡਾਕਟਰ ਕੋਲ ਜਾਂਦਾ, ਤੇ ਫਿਰ ਇਹਨੂੰ ਪਤਾ ਲੱਗਦਾ ਕਿ ਇਹ ਮੇਰੇ ਸਰੀਰ ਦਾ ਇਹ ਹਿੱਸਾ ਮਹਿੰਗਾ ਪੁਰਜਾ ਮੈਂ ਖਰਾਬ ਕਰ ਲਿਆ, ਹੁਣ ਉਹ ਸਹੀ ਨਹੀਂ ਹੋਣਾ। ਫਿਰ ਤਰਲੇ ਲੈਂਦਾ ਤੇ ਜਾ ਕੇ ਡਾਕਟਰ ਇਹ ਪੁਰਜਾ ਸਹੀ ਕਰ ਦੋ ਮੇਰਾ। ਉਹ ਕਹਿੰਦਾ ਮੈਂ ਟੈਂਪਰੇਰੀ ਕਰ ਸਕਦਾ ਵਾਂ, ਜੇ ਤੂੰ ਪੱਕੀ ਪੂਰੀ ਤਰ੍ਹਾਂ ਸਹੀ ਕਰਨਾ ਚਾਹੁੰਦਾ ਨਾ, ਤੇ 1 ਘੰਟਾ ਆਪਣੇ ਸਰੀਰ ਨੂੰ ਦੇ, ਇਹਦੀ ਕੇਅਰ ਕਰ। ਤੇਰੀ ਮਸ਼ੀਨ ਜਿਹੜੀ ਜਵਾਬ ਦੇਗੀ, ਇਹ ਨਾ ਹੋਵੇ ਪੱਕੀ ਬੰਦ ਹੋ ਜੇ। ਤੇ ਕਈ ਮਾਈ ਦੇ ਲਾਲ ਉਹਨਾਂ ਚਿਰ ਤੱਕ ਹਟਦੇ ਨਹੀਂ ਜਿੰਨਾ ਚਿਰ ਬੈੱਡ ਤੇ ਲੰਮੇ ਨਹੀਂ ਪੈ ਜਾਂਦੇ ਨੇ ਜਿੱਦਾਂ। ਬਿਲਕੁਲ। ਕਈਆਂ ਦਾ ਤਾਂ ਏਦਾਂ ਦਾ ਬੁਰਾ ਹਾਲ ਹੈ, ਕਈਆਂ ਦੀ ਕਿਡਨੀ ਕੱਢ ਕੇ ਨਵੀਂ ਲਾ ਦਿੰਦੇ, ਤੇ ਉਹ ਵੀ ਖਰਾਬ ਕਰ ਦਿੰਦੇ ਨੇ ਜਿਹੜਾ ਲੋਕ, ਦੂਜੇ ਦੀ ਵੀ ਖਰਾਬ ਕਰ ਦਿੰਦੇ। ਇਹੋ ਜਿਹਾ ਇਨਸਾਨ ਦਾ ਸੁਭਾਅ ਹੈ, ਇੰਨਾ ਭੋਗਾ ਚੱਕਰ ਹੈ। ਜਿਹੜਾ ਬੰਦਾ ਆਪਣੇ ਸਰੀਰ ਦਾ ਹੀ ਨਹੀਂ ਧਿਆਨ ਰੱਖਦੇ ਆ, ਜੋ ਦਿਲ ਕਰਦਾ ਖਾਈ ਜਾਂਦਾ, ਕਹਿੰਦਾ ਹੀ ਹਾਂਜੀ ਨੇ ਜਿੱਦਾਂ ਅਗਲੀ ਤੋਂ ਬੋਲ ਪਵਨ ਗੁਰੂ ਪਾਣੀ ਪਿਤਾ, ਪਾਣੀ ਜਿਹੜਾ ਪਿਤਾ ਹੈ, ਮਾਤਾ ਧਰਤ ਮਾਤਾ ਜਿਹੜੀ ਪਿਤਾ ਸਾਡਾ ਜਿਹੜਾ ਪਾਣੀ, ਕਿਉਂਕਿ ਪਾਣੀ ਤੇ ਹੈਗਾ ਸਾਰਾ। ਔਰ ਪਾਣੀ ਰੱਜ ਕੇ ਪਿਆ, ਕੁਛ 7 ਗਲਾਸ ਪਾਣੀ ਦੇ ਬੜੇ ਜ਼ਰੂਰੀ। ਮਾਤਾ ਜਿਹੜੀ ਧਰਤੀ ਹੈ, ਕਿਉਂਕਿ ਮਾਤਾ ਧਰਤੀ ਹੈ, ਇਸ ਕਰਕੇ ਗੋਰਖੀ ਸਾਹਿਬ ਜਿਹੜੀ ਆ ਦੇਖ ਲਓ, ਪਵਨ ਪਾਣੀ ਤੋਂ ਸਾਰੀ ਉਤਪਤੀ ਹੁੰਦੀ ਹੈ, ਸਾਰੀ ਵੈਜੀਟੇਸ਼ਨ। ਔਰ ਮਾਂ ਜਿਹੜੀ ਹੈਗੀ ਉਹਦੇ ਵਿੱਚ ਸਾਰੀ ਉਤਪਤੀ ਹੁੰਦੀ ਹੈ। ਮਾਂ ਕਿਉਂਕਿ ਸਾਡੀ ਮਾਂ ਦੇ ਵਿੱਚ ਹੀ ਆਪਾਂ ਰਹਿੰਦੇ ਹਾਂ, ਮਾਂ ਹੀ ਚੁੱਕ ਕੇ ਰੱਖਦੀ ਆ ਆਪਾਂ ਨੂੰ, ਬੱਚੇ ਨੂੰ, ਫਿਰ ਮਾਂ ਹੀ ਖਾਣ ਪੀਣ ਨੂੰ ਦਿੰਦੀ ਆ, ਤੇ ਮਾਂ ਹੀ ਜਿਹੜਾ ਹੈਗਾ ਗਊਮੂਤ ਵੀ ਸਾਫ਼ ਕਰਦੀ ਹੈ। ਸਾਰਾ ਕੰਮ ਜਿਹੜਾ ਧਰਤੀ ਕਰ ਰਹੀ ਆ ਆਪਣਾ। ਹਾਂਜੀ ਬਈ, ਤੇ ਆਪਾਂ ਧਰਤੀ ਦੀ ਕਦਰ ਹੀ ਨਹੀਂ ਕਰਦੇ, ਜੋ ਗੰਦ ਮੰਦ ਸੁੱਟੀ ਜਾਂਦੇ ਆ ਲਿਫਾ ਕੇ, ਜੋ ਬੋਤਲਾਂ। ਇੱਕ ਗੱਲ ਮੇਰੀ ਯਾਦ ਰੱਖਣੀ, ਧਰਤੀ ਤੇ ਮਾਤਾ ਦਾ ਸਾਡੇ ਤੇ ਕਰਜ਼ਾ ਹੈਗਾ। 1 ਰੁੱਖ ਜ਼ਰੂਰ ਆਪਣੇ ਹੱਥੀਂ ਲਾਉਣਾ, ਇਹ ਕਰਜ਼ਾ ਉਹਨਾਂ ਚਿਰ ਤੱਕ ਉਤਰਨਾ ਨਹੀਂ ਜੀ। ਇਹ ਕਰਜ਼ਾ ਉਦੋਂ ਉਤਰੂਗਾ ਜਦੋਂ ਤੁਸੀਂ ਆਪਣੇ ਹੱਥੀਂ 1 ਰੁੱਖ ਲਾ ਦਿਓ, ਵੱਡਾ ਰੁੱਖ ਜ਼ਰੂਰ ਲਾਇਓ। ਠੀਕ ਹੈ ਨਾ ਜੀ ਸਾਹਿਬ? ਹਾਂਜੀ ਵੀਰ ਜੀ। ਦਿਵਸ ਰਾਤ ਦੋਈ ਦਾਏ ਦਾਇਆ, ਕਹਿੰਦੇ ਦਿਨ ਔਰ ਰਾਤ ਜਿਹੜੇ ਹੈਗੇ ਉਹਦੇ ਵਿੱਚ ਹੀ ਸਾਰੀ ਖੇਡ ਹੋ ਰਹੀ ਆ। ਉਹ ਖਿਲਾ ਰਹੇ ਆ ਸਾਰਿਆਂ ਨੂੰ, ਜਿਵੇਂ ਦਾਈ ਖਿਡਾਉਂਦੀ ਆ ਕਿਸੇ ਬੱਚੇ ਨੂੰ, ਦਾਈ ਤੇ ਦਾਇਆ ਸਾਰਾ ਸੰਸਾਰ ਖੇਡ ਰਿਹਾ ਕਹਿੰਦੇ। ਪਰ ਇਹ ਖੇਡ ਜਿਹੜੀ ਹੈਗੀ ਐਵੇਂ ਨਹੀਂ ਹੈਗੀ, ਇਹ ਖੇਡ ਪੂਰੀ ਦੀ ਪੂਰੀ ਜਿਹੜੀ ਹੈਗੀ ਤੇਰੀ ਜਿਹੜੀ ਹੈਗੀ ਆ, ਇਹ ਖੇਡ ਨੂੰ ਵਾਚਿਆ ਜਾ ਰਿਹਾ ਹੈ। ਖੇਡ ਪੂਰੀ ਤਰ੍ਹਾਂ ਤੇਰੀ ਜਿਹੜੀ ਹੈਗੀ ਆ, ਤੇਰੀਆਂ ਚੰਗਿਆਈਆਂ ਬੁਰਾਈਆਂ ਜਿਹੜੀਆਂ ਸਾਰੀਆਂ ਨੋਟ ਕੀਤੀਆਂ ਜਾ ਰਹੀਆਂ। ਔਰ ਧਰਮ ਹਦੂਰ, ਜਿਹੜੇ ਧਰਮ ਦੀ ਹਦੂਰੀ ਦੇ ਵਿੱਚ ਜਿਹੜਾ ਹੈਗਾ, ਧਰਮਦਾਸ ਦੀ ਕਚਹਿਰੀ ਦੇ ਵਿੱਚ ਜਿਹੜਾ ਹੈਗਾ, ਜਦ ਤੇਰੇ ਜਿਹੜਾ ਹੈਗਾ ਇਹ ਜਿਹੜਾ ਚਾਂਸ, ਤੇਰੀ ਉਮਰ, ਤੇਰਾ ਸਰੀਰ ਇਹ ਖਤਮ ਹੋਇਆ,
ਤੇ ਉਸ ਟਾਈਮ ਤੈਨੂੰ ਜਿਹੜਾ ਹੈਗਾ ਵਾਚੀਆਂ ਜਾਣੀਆਂ ਔਰ ਉਹਦੇ ਅਨੁਸਾਰ ਜਿਹੜਾ ਤੈਨੂੰ ਫਲ ਮਿਲਣਾ ਹੈ ਤੇ ਉਹਦੇ ਵਿੱਚ ਕੋਈ ਨੇੜੇ ਹੋ ਸਕਦਾ ਹੈ, ਕੋਈ ਦੂਰ ਹੋ ਸਕਦਾ ਹੈ। ਹਾਂਜੀ ਵੀਰ ਆਵੇ ਇੱਥੇ ਤੇ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਹੈ ਕਿ ਸੰਸਾਰ ਜਿਹੜਾ ਹੈ ਉਹ ਰੰਗ ਤਮਾਸ਼ਿਆਂ 'ਚ ਪੂਰਾ ਖੁਸ਼ ਹੈ ਦਿਨ ਰਾਤ। ਤੇ ਉਹਨੂੰ ਤਾਂ ਪਤਾ ਹੀ ਨਹੀਂ ਮੈਂ ਸੰਸਾਰ ਤੇ ਕੀ ਕਰਨਾ ਹੈ। ਉਹ ਸੋਚਦਾ ਕਿ ਬਸ ਅੱਜ ਦਾ ਦਿਨ ਮਿੱਠਾ ਤੇ ਕੱਲ ਦਾ ਕਿਨੇ ਦਿੱਤਾ। ਤੇ ਜਦੋਂ ਦੁੱਖ ਸਾਹਮਣੇ ਆ ਕੇ ਪ੍ਰਗਟ ਹੋ ਜਾਂਦਾ ਫਿਰ ਰੌਲਾ ਪਾਉਂਦਾ ਕਿ ਹਾਏ ਰੱਬਾ ਮੈਨੂੰ ਜਾਨ ਬਚਾ ਦੇ, ਮੇਰਾ ਸਰੀਰ ਸਹੀ ਕਰ ਦੇ, ਮੈਨੂੰ ਆ ਦੁੱਖ ਤੋਂ ਮੁਕਤ ਕਰ ਦੇ। ਪਰ ਕਰਮ ਕਰ ਲੱਗਿਆ ਤੇ ਵੇਦਾ ਹੀ ਨਹੀਂ ਬੰਦਾ। ਹੁਣ ਕਹਿੰਦੇ ਕਿ ਬੰਦੇ ਦੇ ਕਰਮਾਂ ਦੇ ਉੱਤੇ ਤੇ ਹੈ ਸਾਰੀ ਗੇਮ। ਆਪਾਂ ਕਿਹੜਾ ਕਰਮ ਕਰਦੇ ਹਾਂ, ਪਾਪ ਤੇ ਪੁੰਨ ਹੈ। ਹੁਣ ਜੇਕਰ ਆਪਾਂ ਕਰਮ ਕਰਦੇ ਪਏ ਹਾਂ ਕਿ ਇਹਦਾ ਭਲਾ ਹੁੰਦਾ ਉਹ ਪੁੰਨ ਹੈ, ਤੇ ਜੇਕਰ ਆਪਾਂ ਕੋਈ ਏਦਾਂ ਦਾ ਕਰਮ ਕਰਦੇ ਪਏ ਹਾਂ ਜਿਹਦੇ ਨਾਲ ਇਹਦਾ ਨੁਕਸਾਨ ਹੁੰਦਾ ਉਹ ਪਾਪ ਹੈ। ਹੁਣ ਤੁਸੀਂ ਵੇਖ ਲਓ ਕਿੱਦਾਂ ਦੇ ਕਰਮ ਕਰ ਰਹੇ ਜੀ। ਠੀਕ ਹੈ ਨਹੀਂ ਸਰ? ਬਿਲਕੁਲ ਠੀਕ ਹੈ ਜੀ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਇਹਦੇ ਆਪੋ ਆਪਣੀ ਹੈ ਭਾਈ। ਇਹਦੇ 'ਚ ਕੋਈ ਕਿਸੇ ਦੀ ਮਦਦ ਨਹੀਂ ਕਰ ਸਕਦਾ। ਸਾਰਿਆਂ ਨੂੰ ਇੰਡੀਵਿਜੂਅਲ ਯਾਤਰਾ ਕਰਨੀ ਪੈਣੀ ਹੈ। ਇਹਦੇ 'ਚ ਕੋਈ ਕਿਸੇ ਦੇ ਕਰਮ ਨਹੀਂ ਵੰਡਾ ਸਕਦਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੋਈ ਨੇੜੇ ਹੋ ਜਾਂਦਾ ਹੈ ਮਾਲਕ ਪਰਮਾਤਮਾ ਦੇ, ਕੋਈ ਜਿਹੜਾ ਹੈਗਾ ਜੂਨਾਂ ਦੇ ਵਿੱਚ ਜਿਹੜਾ ਥੱਲੇ ਦੀਆਂ ਜੂਨਾਂ ਚਲੇ ਜਾਂਦਾ ਹੈ, ਦੂਰ ਹੋ ਜਾਂਦਾ ਹੈ। ਹਾਂਜੀ ਆਹ ਤੇ ਦੇਖ ਲਓ ਉਹ ਕਹਿੰਦੇ ਆ ਕਿ ਜਿੱਦਾਂ ਦਾ ਤੂੰ ਕਰਮ ਕਰ ਰਿਹਾ ਵੇਖ ਲਾ, ਤੇਰੇ ਕਰਮ ਦੇ ਨਾਲ ਸੁੱਖ ਪੈਦਾ ਹੋ ਰਿਹਾ ਜਾਂ ਦੁੱਖ। ਜੇ ਸੁੱਖ ਪੈਦਾ ਹੋ ਰਿਹਾ ਪਾਪ ਨਹੀਂ ਹੈਗਾ, ਪੁੰਨ ਹੈਗਾ। ਤੇ ਜੇ ਤੇਰੇ ਕਰਮ ਦੇ ਨਾਲ ਦੁੱਖ ਪੈਦਾ ਹੋ ਰਿਹਾ ਤੇ ਪਾਪ ਹੀ। ਪਰ ਤੂੰ ਵੇਖ ਲਾ ਕਰਮ ਤੋਂ ਪਹਿਲਾਂ, ਵੇਖਣ ਦੇ ਅਗਲਾ ਤੇਰੇ ਚਿੱਤ 'ਚ ਮਸ਼ੀਨ ਲੱਗੀ ਹੈ, ਸਾਰਾ ਰਿਕਾਰਡ ਕਰ ਰਹੀ ਹੈ। ਤੇਰੇ ਪਾਪ ਵੀ ਚੰਗਿਆਈਆਂ ਤੇ ਬੁਰਾਈਆਂ ਵੇਖ ਰਹੀ ਹੈ ਉਸ ਸ਼ਕਤੀ। ਕੁਛ ਨਹੀਂ ਕਹਿਣਾ ਤੈਨੂੰ ਉਹਨੇ। ਕੀ ਕਹਿਣਾ? ਮੂਰਖ ਨੂੰ ਕਿੱਦਾਂ ਸਮਝਾਵੇ? ਇਹ ਗ੍ਰੰਥ ਤੇ ਸਮਝਾਉਂਦੇ ਆ ਸਾਨੂੰ ਤੇ ਮੂਰਖੋ ਸੁਧਰ ਜਾ। ਪਰ ਜੇ ਅਸੀਂ ਵੇਂਦੇ ਹੀ ਨਹੀਂ ਪਏ, ਅਸੀਂ ਕਹਿੰਦੇ ਬਾਬਾ ਜੀ ਮੱਥਾ ਟੇਕ ਕੇ ਘਰ ਜਾਣਾ ਸੀ। ਸਾਡੀ ਦੁਕਾਨ ਉੱਥੇ, ਉਹ ਦੁਕਾਨ ਤੇ ਕੋਈ ਨਹੀਂ ਹੈਗਾ। ਉਹ ਬਾਣੀ ਕਹਿੰਦੀ ਭਰਾਵਾ 2 ਮਿੰਟ ਕੀਰਤਨ ਖੋਲਾ, ਬਾਣੀ ਕੀ ਕਹਿੰਦੇ ਤੈਨੂੰ? ਉਹਨੇ ਬਾਬਾ ਜੀ ਮੱਥਾ ਟੇਕਤਾ, ਬਸ 100 ਰੁਪਏ ਮੱਥਾ ਟੇਕਤਾ ਤੁਹਾਨੂੰ। ਉਹ ਵੀ ਝਾੜੂ ਵੀ ਮਾਰਿਆ। ਉਹ ਕਹਿੰਦਾ ਬਾਬਾ ਝਾੜੂ ਬਾਅਦ ਮਾਰ ਲਈ, ਪਹਿਲਾਂ ਮੈਂ ਕੀ ਕਹਿੰਦਾ ਮੈਨੂੰ ਸੁਣ ਤੇ ਲੈ। ਉਹ ਨਹੀਂ ਬਾਬਾ ਜੀ ਉਹ ਬਾਅਦ ਸੁਣਾਂਗੇ ਤੁਹਾਨੂੰ। 500 ਲੈ ਲਓ ਬਾਬਾ ਜੀ, ਜਦੋਂ ਮੀਟਰ ਬੰਦ ਹੋ 100 ਨਾ ਨਹੀਂ ਤੇ 500 ਲੈ ਲਓ। ਉਹ ਕਹਿੰਦਾ ਜੇ ਕ੍ਰਿਸ਼ਨਾ ਮੂਰਤੀ ਕਹਿੰਦਾ ਗੋਡ ਕਹਿੰਦਾ you have only money, you have to give me, you have only money। ਉਹ ਵੇਖ ਲਓ ਕਹਿੰਦੇ ਬਾਬਾ ਜੀ ਨਹੀਂ ਤੁਹਾਡੇ ਅਸੀਂ ਛੱਤਰ ਚੜਾਵਾਂਗੇ ਸੋਨੇ ਦਾ। ਬਾਬਾ ਜੀ ਕਹਿੰਦੇ ਉਹ ਭਰਾਵਾ ਮੈਨੂੰ ਸੁਣ ਲਾ, ਮੈਂ ਗ੍ਰੰਥ ਸਾਹਿਬ ਦੇ ਵਿੱਚ ਬੋਲ ਰਿਹਾ ਤੈਨੂੰ ਸਮਝਾ ਰਿਹਾ। ਨਹੀਂ ਬਾਬਾ ਜੀ ਇੱਥੇ ਤੁਹਾਡਾ ਫਰਸ਼ ਚੇਂਜ ਕਰ ਦਾਂਗੇ, ਅਸੀਂ ਇੱਥੇ ਮਾਰਬਲ ਲਾ ਦਾਂਗੇ, ਕੁਰਸੀਆਂ ਵਧੀਆ, ਲੰਗਰ ਬਤਾਵਾਂਗੇ ਅਸੀਂ ਆ ਕੇ। ਵੇਖ ਲਓ ਬੰਦਾ ਸੁਣਦਾ ਹੀ ਨਹੀਂ। ਬਾਣੀ ਕੀ ਕਹਿੰਦੀ? ਬਾਣੀ ਕਹਿੰਦੀ ਅਗਰ ਕਾਜ ਤੇਰੇ ਕਸੇ ਨਾ ਕੰਮ। ਬਾਣੀ ਤੇ ਕਹਿੰਦੀ ਹੈ ਕਿ ਨਾਮ ਤੋਂ ਬਿਨਾਂ ਤੇਰਾ ਜੀਵਨ ਜਿਹੜਾ ਅਧੂਰਾ ਹੈ ਔਰ ਉਹ ਤੂੰ ਧਿਆਨ ਹੀ ਨਹੀਂ ਦਿੰਦਾ, ਤੂੰ ਹੋਰ ਕਰਮ ਕਾਂਡਾਂ ਚ ਉਲਝਿਆ। ਪਰ ਦੇਖੋ ਬਾਣੀ ਚ ਦੱਸਿਆ ਕੁਝ ਏਦਾਂ ਦੇ ਕੰਮ ਕਰਨ ਬਾਰੇ ਜਿਹੜੀ ਬੇਵਕੂਫੀ ਆਪਾਂ ਕਰ ਰਹੇ ਹਾਂ। ਠੀਕ ਹੈ ਨਾ? ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਕਹਿੰਦੇ ਜਿਨ੍ਹਾਂ ਨੇ ਨਾਮ ਦੀ ਧਿਆਉਣਾ ਕੀਤਾ ਨਾਮ ਦਾ, ਕਹਿੰਦੇ ਨਾਮ ਧਿਆਉਣਾ ਜਿਹੜਾ ਹੈ ਨਾ ਬਹੁਤ ਔਖਾ ਕੰਮ ਆ ਬਈ। ਆਖਣੇ ਔਖਾ, ਸੁਣਨੇ ਔਖਾ, ਆਖ ਨਾ ਜਾਪੀ ਆ। ਕਹਿੰਦੇ ਜਿਨ੍ਹਾਂ ਨੇ ਇਹ ਔਖਾ ਕੰਮ ਕੀਤਾ, ਇਹ ਮਸਕਤ ਕੀਤੀ, ਇਹ ਕਾਲਨਾ ਕੀਤੀ, ਜਿਨੀ ਨਾਮ ਤੇ ਆਇਆ ਗਏ ਉਹ ਤਾਂ ਆਪਣੀ ਕਾਲਨਾ ਪੂਰੀ ਕਰਕੇ ਚਲੇ ਗਏ। ਤੇ ਨਾਲ ਨਾਲ ਉਹਨਾਂ ਦੇ ਕਈ ਹੋਰ ਛੁੱਟ ਗਏ ਪਾਏ ਉਹਨਾਂ ਦੀ ਸੰਗਤ ਕਰਕੇ। ਨਾਨਕ ਤੇ ਮੁਖ ਉਜਲੇ, ਉਹ ਤਾਂ ਮੁਖ ਉਜਲੇ ਹੋ ਗਏ ਲੋਕ ਪਰਲੋਕ ਦੇ ਵਿੱਚ। ਮਾਲਕ ਪਰਮਾਤਮਾ ਦੀ ਉਹਨਾਂ ਨੂੰ ਉਹ ਬੂੰਦ ਸਾਗਰ ਦੇ ਵਿੱਚ ਚਲੀ ਗਈ, ਮਾਲਕ ਦੇ ਮਹਿਲ 'ਚ ਐਂਟਰੀ ਹੋ ਗਈ। ਨਾਨਕ ਤੇ ਮੁਖ ਉਜਲੇ, ਹੋਰ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਹੋਰ ਬਥੇਰੇ ਜਿਹੜੇ ਹੈਗੇ ਉਹਨਾਂ ਦੇ ਨਾਲ ਬਥੇਰੀ ਲੁਕਾਈ ਜਿਹੜੀ ਹੈ ਉਹਨਾਂ ਦੀ ਸੰਗਤ ਕਰਕੇ ਛੁੱਟ ਜਾਂਦੀ ਹੈ। ਹਾਂਜੀ ਠੀਕ ਹੈ। ਹੁਣ ਸਾਧ ਸੰਗਤ 'ਚ ਆਪਾਂ ਗੱਡੀ ਚਲਾਉਂਦੇ ਹਾਂ, ਕਿੰਨੀ ਚੌੜੀ ਸੜਕ ਹੁੰਦੀ ਹੈ। ਜਦੋਂ ਮੀਂਹ ਪੈ ਜਾਂਦਾ ਨਾ ਚਿੱਕੜ ਬਣ ਜਾਂਦੇ, ਟੋਏ ਬਣ ਜਾਂਦੇ, ਚਿੱਕੜ ਬਣ ਜਾਂਦਾ। ਆਪਾਂ ਉੱਥੋਂ ਗੱਡੀ ਨਹੀਂ ਵਾੜਦੇ। ਕਿਉਂ ਨਹੀਂ ਵਾੜਦੇ? ਸਾਡੀ ਗੱਡੀ ਗੰਦੀ ਹੋ ਜਾਣੀ। ਤੇ ਫਿਰ ਅਸੀਂ ਔਕੜਾਂ 'ਚ ਕਿਉਂ ਜਾਂਦੇ ਹਾਂ?
ਉੱਥੇ ਕਿਉਂ ਨਹੀਂ ਓੜੀ ਬੁੱਧੀ ਤੇ ਕਹਿਣ ਦੀ ਬਾਣੀ ਕਿ ਜਿਹੜੀ ਉਹਦੀ ਆਰਨ ਜਿਹੜੀ ਬੁੱਧੀ ਉੱਥੇ ਕਿਉਂ ਨਹੀਂ ਆਪਾਂ ਵਰਤਦੇ? ਇੱਕ 10 ਰੁਪਏ ਦਾ 10,000 ਦਾ ਮੋਬਾਈਲ ਹੁੰਦਾ ਤੇ ਕਿੱਦਾਂ ਹੀ ਕਵਰ ਚਾੜਦੇ ਤੇ ਖੁਦ ਹੀ ਆਜ ਦੀ ਕੀਮਤੀ ਜਿਹੜੀ ਸਾਡੇ ਅੰਦਰ ਆ ਜੋਤ ਆ, ਔਰ ਅਸੀਂ ਕੁਝ ਮਾੜਾ ਕਰਮ ਕਰ ਲੱਗੇ ਸੋਚ ਕੇ ਵਿਚਾਰ ਕਰਦੇ ਸਿੱਧਾ ਕਰ ਦਿੰਦੇ, 1 ਮਿੰਟ ਲਾਉਣੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿੰਟ ਚ। ਰਾਤ ਨੂੰ 3 ਵਜੇ ਫੋਨ ਆਉਂਦਾ ਫਲਾਣੀ ਜਗ੍ਹਾ ਜਾਣਾ, ਡਾਂਸ ਹੋ ਰਿਹਾ, ਬੰਦਾ ਮਿੰਟੋ ਮਿੰਟ ਉੱਠਦਾ। ਇਹ ਪਾਣੀ ਤੁਹਾਨੂੰ ਕਹਿੰਦੀ ਹੈ ਕਿ ਸੜਕ ਤੇ ਹੈਗੀ ਆ ਤੇ ਸੜਕ ਤੇ ਖੱਡੇ ਵੀ ਹੈਗੇ ਆ, ਪਰ ਜਾਣ ਕੇ ਵੀ ਉਹਦੇ ਚ ਗੱਡੀ ਕਿਉਂ ਮਾਰਦਾ? ਮੈਂ ਚੱਕੜ ਚ ਤੇਰੀ ਗੱਡੀ ਸਾਰੀ ਗੰਦੀ ਹੋ ਜਾਣੀ। ਜੇ ਤੂੰ ਆਪਣੀ ਗੱਡੀ ਲੈ ਕੇ ਜਾਏਗਾ ਨਾ ਵਾਪਸ, ਚਿੱਤ ਇਹ ਗੰਦਾ ਮੰਦਾ ਚਿੱਤ, ਇਹਦੀ ਪਾਤਰਤਾ ਵਧੀਆ ਨਹੀਂ ਆ, ਤੈਨੂੰ ਕੁਛ ਨਹੀਂ ਮਿਲਣਾ। ਪਰ ਅਗਲੇ ਬੰਨੇ ਫਿਰ ਕਹਿੰਦੇ ਆ ਜਿਹੜਾ ਬੰਦਾ ਵਿਵੇਕ ਦਾ ਇਸਤੇਮਾਲ ਕਰਦਾ ਹੈ, ਉਹ ਖੱਡੀਆਂ ਚ ਆਪਣੀ ਗੱਡੀ ਨਹੀਂ ਮਾਰਦਾ, ਆਪਣੀ ਸੁਰਤੀ ਨੂੰ ਉੱਥੋਂ ਮੋੜ ਲੈਂਦਾ। ਵਿਵੇਕ ਦਾ ਇਸਤੇਮਾਲ ਕਰਕੇ ਉੱਤੇ ਖੋਲ ਲੱਭ ਲਿਖਿਆ ਇੱਕ ਮਿੰਟ ਜੱਤ ਕਰ ਲੈਂਦਾ, ਇੰਦਰੀਆਂ ਨੂੰ ਰੋਕ ਲੈਂਦਾ। ਕੋਈ ਚੁਗਲੀ ਕਰਦਾ ਉਹ ਤੋਂ ਦੂਰ ਹੋ ਜਾਂਦਾ, ਨਿੰਦਿਆ ਨਹੀਂ ਕਰਦਾ, ਮੂੰਹ ਦਾ ਦੁਰਪ੍ਰਯੋਗ ਨਹੀਂ ਕਰਦਾ, ਨਾ ਮਾੜਾ ਖਾਂਦਾ ਤੇ ਨਾ ਹੀ ਮਾੜਾ ਬੋਲਦਾ। ਉਹ ਫਿਰ ਕਹਿੰਦੇ ਕਿ ਜਿਹੜੇ ਘਾਲਣਾ ਘਾਲਦੇ ਨੇ, ਉਹ ਇੱਕ ਸਮਾਂ ਆਉਂਦਾ ਹੈ ਉਸ ਸੁਨਿਆਰੇ ਵਾਂਗੂ ਹੌਲੀ ਹੌਲੀ ਕਰਕੇ ਇੱਕ ਏਡਾ ਖੂਬਸੂਰਤ ਗਹਿਣਾ ਤਿਆਰ ਕਰ ਲੈਂਦੇ ਨੇ, ਆਤਮ ਗਿਆਨ। ਔਰ ਜਦੋਂ ਇਸ ਗਿਆਨ ਨੂੰ ਲੈ ਕੇ ਪ੍ਰਮਾਤਮਾ ਦੇ ਦਰਬਾਰ ਤੇ ਪੇਸ਼ ਹੁੰਦੇ ਤੇ ਪ੍ਰਮਾਤਮਾ ਬੜਾ ਖੁਸ਼ ਹੁੰਦਾ, ਕਹਿੰਦਾ ਤੁਸੀਂ ਅੱਜ ਉਹ ਕੰਮ ਪੂਰਾ ਕਰਤਾ, ਇਮਤਿਹਾਨ ਤੁਹਾਡਾ ਪਾਸ ਹੋ ਗਿਆ, ਜਾਓ ਆਜੋ ਮੇਰੇ ਦਰਬਾਰ। ਮੁਕਤ ਹੋ ਗਏ ਤੇ ਮੁੱਖ ਉਜਲੇ, ਕਿਹੜੇ ਮੁੱਖ ਉਜਲੇ ਹੋਣੇ ਆ? ਜਿਹੜੇ ਤਿਆਰ ਕਰਕੇ ਖੜਦੇ ਨੇ ਕੁਝ, ਜਿਹੜੇ ਇੱਥੇ ਕਹਿੰਦੇ ਨੇ ਰੰਗ ਤਮਾਸ਼ੇ ਬੜੇ ਵਧੀਆ ਵਾ, ਉਹ ਤੇ ਕਹਿੰਦੇ ਉਹ ਫਿਰ ਲੱਗੇ ਰਹਿਣ, ਉਹ ਤੇ ਫਿਰ ਉਹਦੇ ਤੇ ਪਰਮਾਤਮਾ ਕੁਛ ਨਹੀਂ ਕਰ ਸਕਦਾ। ਉਹਦੀ ਜੀਵ ਦੀ ਆਪਣੀ ਇੱਛਾ ਵਾ, ਜੀਵ ਨੂੰ ਕੋਈ ਮੁਕਤੀ ਨਹੀਂ ਕਰਾ ਦੇ ਸਕਦਾ, ਪਰਮਾਤਮਾ ਵੀ ਨਹੀਂ ਦੇ ਸਕਦਾ। ਜਦੋਂ ਕੋਈ ਜਾਣਾ ਨਹੀਂ ਚਾਹੁੰਦਾ, ਰੂਪ ਭਗਤ ਕਹਿੰਦਾ ਕਿ ਸੂਰ ਨੂੰ ਲੈ ਜਾਈਏ ਬਖੁੰਡ ਦੇ ਵਿੱਚ, ਤੇ ਸੂਰ ਅੱਗੋਂ ਕਹਿੰਦਾ ਹੈ ਕਿ ਉੱਥੇ ਦਿਸ਼ਾ ਮਿਲੂਗੀ ਖਾਣ ਵਾਸਤੇ ਨੇਜਰ ਸਾਹਿਬ। ਉੱਥੇ ਧਰੂ ਭਗਤ ਕੀ ਕਰੂਗਾ? ਉਹਨੇ ਕਹਿਣਾ ਭਰਾ ਇਹ ਨਹੀਂ ਮਿਲਣਾ। ਤੇ ਉਹ ਜੀਵ ਦਾ ਹਿਸਾਬ ਹੈ। ਜੀਵ ਇੱਥੇ ਛੋਟੀਆਂ ਜਿਹੜੀਆਂ ਨਲਾਇਕੀਆਂ ਚ ਬੈਠਾ, ਔਰ ਇਸੇ ਕਰਕੇ ਬ੍ਰਹਮ ਦਾ ਰੂਪ ਬਣ ਸਕਦਾ ਹੈ ਜੀਵ, ਪਰ ਉਹ ਮਾਇਆ ਦੇ ਵਿੱਚ ਰਹਿੰਦਾ, ਉਹ ਰੰਗ ਤਮਾਸ਼ਿਆਂ ਚ ਗੁਆਚਿਆ। ਔਰ ਜਿਹੜਾ ਮਿਹਨਤ ਕਰਦਾ, ਜਿਹੜਾ ਹਰ ਦਿਨ ਤੁਰੀ ਅਵਸਥਾ ਚ ਪ੍ਰਵੇਸ਼ ਕਰਕੇ ਆਪਣੀ ਸੁਰਤੀ ਨੂੰ ਉੱਥੇ ਲੈ ਕੇ ਜਾਂਦਾ ਹੈ, ਤੁਰੀ ਅਵਸਥਾ ਦੇ ਵਿੱਚ ਇੰਨੀ ਨਿਰਮਲ ਧਾਰਾ ਹੈ, ਉੱਥੇ ਅੰਮ੍ਰਿਤ ਹੈ, ਉੱਥੇ ਜਿਹੜਾ ਕਊਆ ਹੰਸ ਹੋ ਜਾਂਦਾ। ਤੇ ਜਦੋਂ ਆਪਾਂ ਆਪਣੀ ਸੁਰਤੀ ਨੂੰ ਉੱਥੇ ਇਕਾਗਰ ਕਰਦੇ ਹਾਂ ਤੇ 2-4 ਮਹੀਨੇ ਚ ਗੇਮ ਬਣ ਜਾਂਦੀ। ਮੁੜ ਕੇ ਤੁਹਾਡਾ ਦਿਲ ਕਰਨਾ, ਪਹਿਲਾਂ ਤੁਹਾਡਾ ਨਾਮ ਜਪਣ ਨੂੰ ਦਿਲ ਨਹੀਂ ਕਰਦਾ, ਮੁੜ ਕੇ ਤੁਹਾਡਾ ਨਾਮ ਤੋਂ ਉੱਠਣ ਨੂੰ ਦਿਲ ਨਹੀਂ ਕਰਨਾ। ਨੇਜਰ ਸਾਹਿਬ ਉਲਟਾ ਹੋ ਜਾਣਾ। ਸਧਾਰਨ ਬੰਦੇ ਨੂੰ ਤੇ ਪਦਾਰਥਾਂ ਦਾ ਸੁੱਖ ਦਾ ਪਤਾ ਹੈ ਨਾ, ਆਤਮਾ ਦੇ ਸੁੱਖ ਦਾ ਪਤਾ ਨਹੀਂ ਇਹਨੂੰ। ਜਦੋਂ ਨਿਰਵਿਚਾਰ ਹੋ ਜਾਂਦਾ ਬੰਦਾ, ਉਹਨੂੰ ਤਾਂ ਪਤਾ ਲੱਗਦਾ ਕਿ ਜੀਵਨ ਕੀ ਹੈ ਤੇ ਮੈਂ ਕਿੱਥੇ ਤੁਰਿਆ ਫਿਰਦਾ, ਚੀਜ਼ ਗਵਾਚੀ ਸੀ ਅੰਦਰ ਤੇ ਮੈਂ ਲੱਭਦਾ ਫਿਰਦਾ ਸੀ ਬਾਹਰ। ਉਹ ਜਿਹੜੀ ਅਵਸਥਾ ਜਦੋਂ ਬਣਦੀ ਹੈ, ਫਿਰ ਉਹ ਬਾਰ-ਬਾਰ ਸਾਡਾ ਮਨ ਕਰਦਾ ਉੱਥੇ ਜਾਣ ਨੂੰ, ਰਸ ਬੜਾ ਉੱਥੇ। ਔਰ ਇੱਕ ਸਮਾਂ ਆਉਂਦਾ ਹੈ ਤੇ ਕਊਏ ਤੋਂ ਹੰਸ ਹੋ ਜਾਂਦਾ ਬੰਦਾ ਬਦਲ ਜਾਂਦਾ, ਕਿਉਂਕਿ ਔਗਣਾ ਦੇ ਜਿਹੜੇ ਕੱਪੜੇ ਲਾ ਦਿੰਦਾ ਤੇ ਗੁਣਾ ਦੇ ਕੱਪੜੇ ਪਾ ਲੈਂਦਾ। ਕਿਉਂਕਿ ਗੁਣ ਤੇ ਸਾਡਾ ਸੁਭਾਅ ਆ, ਕੇਵਲ ਔਗਣਾ ਦਾ ਤਿਆਗ ਕਰਨ ਦੀ ਲੋੜ ਹੁੰਦੀ ਹੈ, ਗੁਣ ਤੇ ਆਪੇ ਪ੍ਰਗਟ ਹੋ ਜਾਣੇ। ਠੀਕ ਹੈ ਜੀ ਸਰ? ਬਿਲਕੁਲ ਠੀਕ ਹੈ। ਤੇ ਅੱਜ ਦੀ ਵਿਚਾਰ ਇੱਥੇ। ਹਾਂਜੀ ਵੀਰ ਜੀ, ਤੇ ਨਾਲੇ ਨਾ ਇੱਕ ਬੇਨਤੀ ਹੈਗੀ ਵੀ ਹੁਣ ਅੱਗੇ ਇਸ ਤੋਂ ਬਾਅਦ ਕਿਹੜੀ ਬਾਣੀ ਲੈਣੀ ਹੈ? ਕੋਈ ਕਹਿੰਦੇ ਸੀ ਭੈਣ ਜੀ ਵੀ ਆਪਾਂ ਜਿਹੜੇ ਹੈਗੇ ਉਹ 12 ਮਾਹ ਦੀ ਬਾਣੀ ਲੈ ਲਈਏ, ਫਿਰ ਜਿਹੜਾ ਜਾਂ ਆਨੰਦ ਸਾਹਿਬ ਲੈ ਲਈਏ, ਜਿਹੜੀ ਵੀ ਬਾਣੀ ਲੈਣੀ ਹੈ। ਵੈਸੇ ਤੇ ਨੇਜਰ ਸਾਹਿਬ, ਇੱਕ ਤੇ ਜਿਹੜੀਆਂ ਲਾਵਾਂ ਹੈਗੀਆਂ ਨਾ, ਲਾਵਾਂ ਵੀ ਆਪਾਂ ਪੜ੍ਹੀਏ ਤੇ ਲਾਵਾਂ ਲੈ ਆਪਾਂ ਵਿਆਹ ਸ਼ਾਦੀਆਂ ਚ ਕਰੀ ਜਾਂਦੇ। ਹਾਂਜੀ, ਲਾਵਾਂ ਜਿਹੜੇ ਫੇਰੇ ਨਹੀਂ ਹੁੰਦੇ, ਉਹ ਠੀਕ ਹੈ, ਵੀ ਕਰੀਏ ਵਿਆਖਿਆ। ਠੀਕ ਹੈ ਜੀ, ਕੱਲ ਲਾਵਾਂ ਤੋਂ ਸ਼ੁਰੂ ਕਰਾਂਗੇ। ਹਾਂ, ਸੰਗਤ ਨੂੰ ਪਤਾ ਤਾਂ ਹੋਵੇ ਕਿ ਲਾਵਾਂ ਦਾ ਮਤਲਬ ਕੀ ਹੈ। ਉਹ ਲਾਵਾਂ ਤੇ ਆਪਾਂ ਵਿਆਹ ਦਾ ਕਰਦੇ ਚੱਕਰਾਂ ਚ ਤੁਰੇ ਫਿਰਦੇ ਹਾਂ, ਅਸਲ ਤੇ ਉਹ ਪਰਮਾਤਮਾ ਦੇ ਨਾਲ ਜਦੋਂ ਜੀਵਨ ਨੂੰ ਵਿਆਹੁੰਦੇ ਆ, ਉਹਦੇ ਬਾਰੇ ਉਹ ਸਾਰੀ। ਬਿਲਕੁਲ, ਤੋਂ ਕੱਲ ਆਪਾਂ ਵਿਚਾਰ ਉਹਦੀ ਕਰੀਏ। ਠੀਕ ਹੈ ਨਾ ਜੀ? ਬਹੁਤ ਵਧੀਆ, ਬਹੁਤ ਵਧੀਆ। ਲਾਵਾਂ ਤੋਂ ਬਾਅਦ ਵੀਰ ਜੀ ਸੁਖਮਨੀ ਸਾਹਿਬ ਕਰ ਲਓ।
ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਹੀ ਹੈ ਸਾਧ ਸੰਗਤ ਜੀ। ਤੋ ਗੱਲਾਂ ਜ਼ਿਆਦਾ ਤੇ ਹੈ ਨਹੀਂ। ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ, ਔਗਣਾ ਚੋਂ ਪੁੱਟ ਕੇ ਤੇ ਗੁਨਾਹ ਚ ਲਾਉਣਾ। ਆਪਣੇ ਅੰਦਰ ਧਿਆਨ ਕਰੋ, ਗੁਨਾਹ ਦੇ ਮਗਰ ਨਹੀਂ ਭੱਜਣਾ, ਨਾ ਹੀ ਔਗਣਾ ਤੋਂ ਭੱਜਣਾ। ਇਹ ਸੰਸਾਰ ਹੈਗਾ, ਏਦਾਂ ਹੀ ਰਹਿਣਾ ਚੱਕਰ। ਬਸ ਤੁਸੀਂ ਸਿਆਣੇ ਬਣੋ, ਗੱਡੀ ਆਪਣੀ ਮਾੜੀ ਜਿਹੀ ਸਾਈਡ ਤੇ ਕਰਕੇ ਕੱਢ ਲਓ, ਸੜਕ ਬਥੇਰੀ ਹੁੰਦੀ ਹੈ। ਇਹ ਚੱਕਰ ਦਾ ਕੀ ਵਿਗੜਨਾ, ਚੱਕਰ ਦਾ ਕੁਝ ਨਹੀਂ ਵਿਗੜਨਾ। ਵਿਗੜਨਾ ਤੇ ਸਾਡਾ, ਕੱਪੜੇ ਸਾਡੇ ਗੰਦੇ ਹੋਣੇ, ਮੁੜ ਕੇ ਧੋਣੇ ਕਿਹੜੇ ਸੌਖੇ। ਤੇ ਕੋਸ਼ਿਸ਼ ਕਰਿਆ ਕਰੋ ਇਹਨਾਂ ਚੀਜ਼ਾਂ ਤੋਂ। ਸੰਜਮ ਹੈ, ਸੰਜਮ ਤੇ ਲਿਖਿਆ ਸੁਨਹਿਰੇ ਵਾਂਗੂ ਹਰ ਦਿਨ ਉਹ ਮਿਹਨਤ ਕਰਨੀ ਪੈਣੀ। ਓਕੇ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। ਹਾਂਜੀ।